ਅੱਛਾ ਜੀ। ਹੁਣ ਅੱਜ ਅਸੀਂ ਜਿਹੜੀ ਡਾਇਲੈਕਟ੍ਰੀਕਲ ਮਟੀਰੀਅਲਿਜ਼ਮ ਦੇ ਵਿੱਚ ਬਾਰ-ਬਾਰ ਜਿਹੜੀ ਇੱਕ ਟਰਮ ਅਸੀਂ ਯੂਜ਼ ਕਰ ਰਹੇ ਹਾਂ ਉਹ ਕਰ ਰਹੇ ਹਾਂ ਕੰਟਰਾਡਿਕਸ਼ਨ। ਤੇ ਹਾਂਜੀ ਇਹਨੂੰ ਤੁਸੀਂ ਇਹ ਸਮਝ ਲਓ ਕਿ ਬਈ ਇਹਦਾ ਜੇ ਅਸੀਂ ਪੰਜਾਬੀ ਦੇ ਵਿੱਚ ਜਿਹੜਾ ਮੈਨੂੰ ਸਮਝ ਆਉਂਦਾ ਹੈ ਕਲੋਜ਼ੈਸਟ ਵਰਡ ਉਹ ਟਾਕਰਾ ਹੀ ਆਉਂਦਾ, ਹੋਰ ਤਾਂ ਮੈਨੂੰ ਨਹੀਂ ਆਉਂਦਾ। ਤੁਹਾਡੇ ਅਗਰ ਰੇਂਜ 'ਚ ਕੋਈ ਆਉਂਦਾ ਹੈ ਵਿਰੋਧਤਾਈਆਂ ਲਿਖਦੇ ਜੀ ਸਾਡੇ ਵੱਲ, ਇਹ ਆਪਾਂ ਵਿਰੋਧਤਾਈਆਂ। ਅੱਛਾ, ਵਿਰੋਧਤਾ ਵੀ ਹੋ ਸਕਦੀ ਹੈ, ਹਾਂ ਉਹ ਵੀ ਹੋ ਸਕਦੀ ਹੈ ਕਿਉਂਕਿ ਵਿਰੋਧ ਹੋਣਾ ਦੁਸ਼ਮਣੀ ਹੋਣਾ ਜਾਂ ਦਵੰਦ ਵੀ ਕਹਿ ਦਿੰਦੇ। ਹਾਂ, ਪਰ ਟਾਕਰਾ ਜ਼ਿਆਦਾ ਮੈਨੂੰ ਲੱਗਦਾ। ਮੇਰਾ ਵੀ ਖਿਆਲ ਹੈ ਕਿ ਟਾਕਰਾ ਆਮ ਲਫ਼ਜ਼ ਹੈ ਔਰ ਇਹਦੇ ਮੈਨੇ ਮਤਲਬ ਇਹ ਬਿਲਕੁਲ ਉਸ ਗੱਲ ਨੂੰ ਫੜ ਲੈਂਦਾ ਹੈ ਲਫ਼ਜ਼ ਜਿਹੜਾ ਇਸ ਦੇ ਵਿੱਚ ਹੈਗਾ। ਸੋ ਗੱਲ ਤੇ ਇਹ ਹੈਗੀ ਹੈ ਕਿ ਅੱਜ ਜਿਹੜੀ ਮੈਂ ਗੱਲ ਕਰਨਾ ਚਾਹੁੰਦਾ ਹੈ ਨਾ ਉਹ ਇਹ ਹੈਗੀ ਹੈ ਕਿ ਜਿਹੜੀ ਕੰਟਰਾਡਿਕਸ਼ਨ ਦੇ ਜਾਂ ਟਾਕਰੇ ਦੇ ਜਿਹੜੇ ਮੈਨੇ ਜਿਨ੍ਹਾਂ ਮੈਨਿਆਂ ਵਿੱਚ ਮਾਰਕਸ ਔਰ ਐਂਗਲ ਯੂਜ਼ ਕਰ ਰਹੇ ਸਨ ਕੰਟਰਾਡਿਕਸ਼ਨ ਟਾਕਰੇ ਦੇ ਟਰਮ ਨੂੰ, ਉਹਦੇ ਵਿੱਚ ਜ਼ਿਆਦਾ ਜਿਹੜੀ ਗੱਲ ਅੱਗੇ ਖੋਲੀ ਗਈ ਜਾਂ ਜਿਹੜੀ ਸਾਡੀ ਜਨਰੇਸ਼ਨ ਤੱਕ ਪਹੁੰਚੀ ਹੈ ਉਹ ਮੇਰਾ ਖਿਆਲ ਹੈ ਕਿ ਲੈਨਨ ਔਰ ਮਾਓ ਦੀ ਹੈ। ਹਾਂਜੀ, ਤੇ ਇਸ ਵਾਸਤੇ ਜਿਹੜੀ ਹੈ ਉਹ ਜਿੰਨੀ ਕੰਸੈਪਸ਼ਨ ਹੈ ਟਾਕਰਾ ਟਰਮ ਦੀ, ਉਹਦੀ ਜਿਹੜੀ ਤਸ਼ਰੀਹ ਸਾਡੇ ਤੱਕ ਪਹੁੰਚੀ ਹੈ ਉਹ ਲੈਨਨ ਔਰ ਮਾਓ ਦੇ ਥਰੂ ਆਈ ਹੈ ਜੀ ਤੇ ਉਹ ਮਾਰਕਸ ਔਰ ਐਂਗਲਸ ਦੀ ਨਹੀਂ ਹੈ। ਬਿਲਕੁਲ, ਇਹ ਪੱਖ ਜਿਹੜਾ ਨਾ ਇਹ ਸਾਨੂੰ ਸਾਹਮਣੇ ਰੱਖਣਾ ਚਾਹੀਦਾ ਹੈ। ਮੈਨੂੰ ਇਹ ਪਤਾ ਹੈ ਕਿ ਮੈਂ ਜਦੋਂ ਹੈਗਲ ਨੂੰ ਪੜ੍ਹਿਆ ਸੀ ਪੁਰਾਣੇ ਜ਼ਮਾਨੇ 'ਚ, ਤੇ ਲਓ ਜੀ ਰਾਣਾ ਸਾਹਿਬ ਦਿਖਾਈ ਤੇ ਦਿੱਤੇ ਨੇ। ਹਾਂ, ਆ ਗਏ ਰਾਣਾ ਸਾਹਿਬ ਆ ਗਏ ਨੇ। ਅੱਛਾ, ਮੈਂ ਜਦੋਂ ਹੈਗਲ ਨੂੰ ਪੜ੍ਹਿਆ ਸੀ ਤੇ ਉਦੋਂ ਮੈਨੂੰ ਇਹ ਲੱਗਾ ਸੀ ਕਿ ਜਿਹੜੀ ਮੌਜ਼ੇ ਤੁੰਗ ਦਾ ਜਿਹੜਾ ਮੇਨ ਥੀਸਿਸ ਹੈਗਾ ਜਿਹੜਾ ਕਿ ਔਨ ਕੰਟਰਾਡਿਕਸ਼ਨ ਦੇ ਵਿੱਚ ਮੌਜ਼ੇ ਤੁੰਗ ਨੇ ਦਿੱਤਾ ਹੈ, ਉਹਦੇ ਵਿੱਚ ਮੈਨੂੰ ਇਹ ਲੱਗਾ ਸੀ ਕਿ ਜਿਵੇਂ ਇੱਕ ਬਹੁਤ ਹੀ ਕੰਪਲੈਕਸ ਐਡਵਾਂਸਡ ਇੰਡਸਟਰੀਅਲ ਜਾਂ ਨੀਅਰ ਇੰਡਸਟਰੀਅਲ ਸੁਸਾਇਟੀ ਦੀ ਜਿਹੜੀ ਇੱਕ ਪੇਸ਼ਦਾਰ ਸੋਚ ਸੀਗੀ, ਉਹਨੂੰ ਮੌਜ਼ੇ ਤੁੰਗ ਨੇ ਬਿਲਕੁਲ ਆਪਣੇ ਸਮਾਜ ਦੇ ਹਿਸਾਬ ਨਾਲ ਜਿਹੜਾ ਉਹ ਸਿੱਧਾ ਕੀਤਾ। ਸਿੱਧੇ ਕਰਨ ਤੋਂ ਮੁਰਾਦ ਹੈ ਕਿ ਉਹਦੇ ਜਿਹੜੇ ਪੇਂਡੂ ਮਤਲਬ ਹੋ ਸਕਦੇ ਸਨ ਨਾ ਉਸ ਐਡਵਾਂਸਡ ਟਰਮੀਨੋਲੋਜੀ ਦੇ, ਉਹਦੇ ਉਹਨਾਂ ਨੇ ਪੇਂਡੂ ਔਰ ਐਗਰੇਰੀਅਨ ਸੁਸਾਇਟੀ ਦੇ ਪਰਸਪੈਕਟਿਵ ਦੇ ਵਿੱਚ ਮੈਨੇ ਉਹਦੇ ਕੱਢੇ। ਇਹਦੇ ਤੇ ਮੈਂ ਇਹ 'ਚ ਅਸੀਂ ਗੱਲ ਕਰਾਂਗੇ ਅੱਜ ਕਿ ਇਹਦਾ ਫਰਕ ਕੀ ਪਿਆ। ਤੇ ਤੁਸੀਂ ਹੁਣ ਤੱਕ ਅਸੀਂ ਜਿਹੜੀ ਗੱਲ ਕਰ ਚੁੱਕੇ ਹਾਂ ਉਹ ਤੇ ਇਹ ਗੱਲ ਕਰ ਚੁੱਕੇ ਹਾਂ ਕਿ ਹਰ ਪ੍ਰੋਸੈਸ ਜਿਹੜਾ ਹੈ, ਪਹਿਲੀ ਗੱਲ ਤੇ ਹੈ ਕਿ ਹਰ ਚੀਜ਼ ਜਿਹੜੀ ਹੈ, ਹਰ ਜਿਹੜਾ ਫਿਨੋਮੇਨਾ ਹੈ ਉਹ ਇੱਕ ਪ੍ਰੋਸੈਸ ਹੈ। ਉਹ ਇੱਕ ਬੱਝੀ ਹੋਈ ਇਕੱਲੀ ਵੱਖਰੀ ਸ਼ੈ ਨਹੀਂ ਹੈਗੀ, ਬਲਕਿ ਉਹ ਇੱਕ ਪ੍ਰੋਸੈਸ ਹੈ ਔਰ ਉਹ ਪ੍ਰੋਸੈਸ ਚੱਲ ਰਿਹਾ ਹੈ। ਮਤਲਬ ਅਗਰ ਬੰਦਾ ਹੈ ਤੇ ਬੰਦਾ ਕੋਈ ਇੱਕ ਜੰਮੀ ਹੋਈ ਇੱਕ ਸਟੈਟਿਕ ਇਕਾਈ ਨਹੀਂ ਹੈ। ਬੰਦੇ ਦੀ ਜ਼ਿੰਦਗੀ ਜਿਹੜੀ ਆਪਣੀ ਨਹੀਂ ਹੈ, ਉਹ ਵੀ ਇੱਕ ਪ੍ਰੋਸੈਸ ਹੈਗਾ ਔਰ ਉਹ ਪ੍ਰੋਸੈਸ ਚੱਲ ਰਿਹਾ ਹੈ। ਅੱਛਾ, ਉਹ ਚੱਲ ਰਿਹਾ ਹੈ ਇਸ ਵਾਸਤੇ ਕਿ ਜਿਹੜੀ ਕਿ ਉਹਨੂੰ ਚਲਾਉਂਦੀ ਹੈ ਜਿਹੜੀ ਚੀਜ਼ ਪ੍ਰੋਸੈਸ ਨੂੰ, ਉਹ ਉਸ ਦੇ ਵਿੱਚ ਪਾੜ ਹੈ, ਉਹਦੀ ਕੰਟਰਾਡਿਕਸ਼ਨ ਹੈ ਉਹਦੇ ਅੰਦਰ।
हर प्रोसेस के अंदर जी कंट्राडिक्शन है, यानी अट्रैक्शन और रिपल्शन दी, यानी दो दो पक्ष ने ना, एक तो अट्रैक्ट करना कि एक चीज़ नू अपना बनाना, दूजी रिपल्स जिन्हों रदना असी कह सकते हैं। तो ये अपना जड़ी है वो अट्रैक्शन ते रिपल्शन जड़ियां ने दो ताकत हर शय के अंदर वो जड़ियां ने वो उन्होंने उस प्रोसेस नू जड़ा है वो अगे ਵਧਾਉਂਦੀਆਂ ने। यानी मुखालफ ते मुतहारब। हाँ जी, मुखालिफ ते मुतहारब। हाँ जी, आपस जड़ी कन्फ्लिक्ट। हाँ जी, हाँ जी, हाँ जी। बल्कि ये कहो कि मुखालिफ ते मुतरादफ, या इस तरह कर लो ना, जड़ा ना मुखालफ नहीं मुतजाद ते जड़े ना मुतहारब हरब च ने, जंग च ने, जदल च। नहीं एक तो मुतहारब हो गया ना। हाँ जी, हाँ, ते दूजा जड़ा वो तो हो गया ना। मुतजाद मुतजाद जिद एक दूए। वो तो कंट्राडिक्टरी का मतलब होता है मुतजाद। चलो हाँ, इस वास्ते वो टर्म नहीं यूज हो सकती इत्थे। बहरहाल गल ये हैगी है कि ये गल सीधी पद्धरी है कि वो ਜਿਹੜੀ ਦੋ ਰਿਪਲਸ਼ਨ ਔਰ ਅਟਰੈਕਸ਼ਨ ਦੀਆਂ ਤਾਕਤਾਂ ਨੇ, ਜਿਹਨੂੰ ਅਸੀਂ ਨੈਗੇਟਿਵ ਤੇ ਪੋਜ਼ਿਟਿਵ ਕਹਿੰਦੇ ਆ, ਉਹਨਾਂ ਦੇ ਨਾਲ ਉਹਦੇ ਦਰਮਿਆਨ ਹਰਕਤ ਮੂਵਮੈਂਟ ਪੈਦਾ ਹੁੰਦੀ ਹੈ। ਔਰ ਉਹ ਜਿਹੜੀ ਮੂਵਮੈਂਟ ਹੈ ਉਹ ਦੋ ਪੱਧਰਾਂ ਤੇ ਜਾਂਦੀ ਹੈ। ਇੱਕ ਪੱਧਰ ਜਿਹੜੀ ਹੈ ਉਹਦੀ ਕੁਆਂਟੀਟੀ ਦੇ ਵਿੱਚ ਫਰਕ ਪੈਂਦਾ ਹੈ, ਤੇ ਦੂਜਾ ਇਹ ਹੈ ਕਿ ਕੁਆਂਟੀਟੀ ਜਦੋਂ ਇੱਕ ਖਾਸ ਲੈਵਲ ਤੇ ਪਹੁੰਚ ਜਾਂਦੀਆਂ ਨੇ ਤੇ ਫਿਰ ਉਹਦੇ ਵਿੱਚ ਕੁਆਲਿਟੇਟਿਵ ਤਬਦੀਲੀ ਆਉਂਦੀ ਹੈ। ਉਹਦੀ ਜੋ ਬੜੀ ਜਿਹੜੀ ਬਹੁਤ ਸੌਖੀ ਮਿਸਾਲ ਹੈਗੀ ਹੈ ਉਹ ਹੈਗੀ ਹੈ, ਮਿਸਾਲ ਦੇ ਤੌਰ ਤੇ ਤੁਸੀਂ ਪਾਣੀ ਨੂੰ ਲੈ ਲਓ ਕਿ ਪਾਣੀ ਜਿਹੜਾ ਹੈ ਉਹਨੂੰ ਜਦੋਂ ਤੁਸੀਂ ਉਬਾਲਣਾ ਸ਼ੁਰੂ ਕਰਦੇ ਹੋ ਤੇ ਉਹਦੀ ਜਿਹੜੀ ਅੰਦਰ ਪਾਣੀ ਦੇ ਅੰਦਰ ਜਿਹੜੇ ਜਿਹੜੇ ਐਲੀਮੈਂਟਸ ਨੇ ਉਹਨਾਂ ਦੇ ਵਿੱਚ ਜਿਹੜੇ ਜਿਹੜੇ ਆਪਣਾ ਅਟਰੈਕਸ਼ਨ ਔਰ ਰਿਪਲਸ਼ਨ ਦੇ ਜਿਹੜੇ ਕੰਬੀਨੇਸ਼ਨ ਹੈ ਉਹ ਤਬਦੀਲ ਹੋਣਾ ਸ਼ੁਰੂ ਹੋ ਜਾਂਦੀ ਹੈ। ਔਰ ਉਹਦੇ ਅੰਦਰ ਜਿਵੇਂ ਜਿਵੇਂ ਹੀਟ ਵੱਧਦੀ ਹੈ ਉਹਦੇ ਅੰਦਰ ਜਿਹੜੀਆਂ ਕੁਆਂਟੀਟੇਟਿਵ ਤਬਦੀਲੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ। ਲੇਕਿਨ ਫਿਰ ਇੱਕ ਜਗ੍ਹਾ ਤੇ ਜਾ ਕੇ ਉਹ ਉਬਲਣ ਲੱਗ ਪੈਂਦਾ ਹੈ, ਬੋਇਲ ਹੋ ਜਾਂਦਾ ਹੈ। ਜਦੋਂ ਬੋਇਲ ਹੋ ਜਾਂਦਾ ਹੈ ਤੇ ਫਿਰ ਉਹਦੇ ਵਿੱਚ ਕੁਆਲਿਟੇਟਿਵ ਚੇਂਜ ਆਉਂਦੀ ਹੈ ਤੇ ਕੁਆਲਿਟੇਟਿਵ ਚੇਂਜ ਦੇ ਨਤੀਜੇ ਦੇ ਤੌਰ ਤੇ ਜਿਹੜਾ ਪਾਣੀ ਹੈ ਉਹ ਭਾਪ ਬਣ ਜਾਂਦਾ ਹੈ। ਯਾਨੀ ਭਾਪ ਸਮਝ ਲਓ ਤੁਸੀਂ, ਹਵਾ ਦੀ ਇੱਕ ਸ਼ਕਲ ਬਣ ਜਾਂਦਾ ਹੈ, ਇੱਕ ਯਾਨੀ 에ਅਰ ਦੀ ਇੱਕ ਫਾਰਮ ਦੇ ਵਿੱਚ ਆ ਜਾਂਦਾ। ਇਹ ਹੁਣ ਜਿਹੜੀ ਭਾਪ ਹੈ, ਭਾਪ ਜਿਹੜੀ ਹੈ ਉਹ ਕੁਆਲਿਟੇਟਿਵਲੀ ਪਾਣੀ ਨਾਲੋਂ ਮੁxtਲਿਫ ਹੈ। ਔਰ ਜਦੋਂ ਭਾਪ ਬਣ ਜਾਂਦੀ ਹੈ, ਨਵੀਂ ਕੁਆਲਿਟੀ ਵਿੱਚ ਆ ਜਾਂਦੀ ਹੈ ਤੇ ਉਹਦੇ ਫਿਰ ਆਪਣੀਆਂ ਉਹਦੇ ਅੰਦਰ ਤਾਕਤਾਂ ਨੇ ਜਾਂ ਉਹਦੇ ਅੰਦਰ ਜਿਹੜੀਆਂ ਲੁਕੀਆਂ ਹੋਈਆਂ ਅਵਰਜਨ ਔਰ ਅਟਰੈਕਸ਼ਨ ਦੀਆਂ ਨਵੀਆਂ ਤਾਕਤਾਂ ਪੈਦਾ ਹੋ ਜਾਂਦੀਆਂ ਨੇ। ਫਿਰ ਉਹ ਤਾਕਤਾਂ ਜਿਹੜੀਆਂ ਉਹਦੇ ਨਵੀਂ ਕੁਆਲਿਟੀ ਦੇ ਵਿੱਚ ਪੈਦਾ ਹੁੰਦੀਆਂ ਨੇ, ਫਿਰ ਉਹਨਾਂ ਦੇ ਦਰਮਿਆਨ ਵੀ ਉਵੇਂ ਹੀ ਜੰਗ ਰਹਿੰਦੀ ਹੈ ਜਿਵੇਂ ਜੰਗ ਕੇ ਪਹਿਲੇ ਪਾਣੀ ਦੇ ਵਿੱਚ ਹੋ ਰਹੀ ਸੀ। ਤੇ ਉਹ ਨੂੰ ਤੁਸੀਂ ਅਗਰ ਫਰਜ਼ ਕਰੋ ਭਾਪ ਨੂੰ ਠੰਡਾ ਕਰੋ ਤੇ ਉਹ ਪੁਰਾਣੀ ਕੁਆਲਿਟੀ ਦੇ ਵਿੱਚ ਆ ਜਾਏਗੀ, ਪਾਣੀ ਦੇ ਵਿੱਚ ਆ ਜਾਏਗੀ। ਠੀਕ ਹੈ, ਕਿਉਂਕਿ ਲੇਕਿਨ ਉਹ ਜਿਹੜੀਆਂ ਦੋ ਵੱਖਰੀਆਂ ਕੁਆਲਿਟੀਜ਼ ਨੇ ਉਹਦੀਆਂ, ਉਹ ਆਪਣੇ ਤੌਰ ਦੇ ਉੱਤੇ ਉਹਨਾਂ ਦੇ ਆਪਣੇ ਅਸੂਲ ਨੇ। ਮਤਲਬ ਇੱਕ ਹੀ ਅਸੂਲ ਨਹੀਂ ਹੈ ਬਲਕਿ ਆਪਣੇ ਉਹਨਾਂ ਦੇ ਅਸੂਲ ਨੇ। ਸੋ ਜਦੋਂ ਇੱਕ ਕੁਆਲਿਟੀ ਇੱਕ ਕੁਆਂਟੀਟੇਟਿਵ ਚੇਂਜ ਜਿਹੜੀ ਹੈ ਉਹ ਕੁਆਲਿਟੇਟਿਵ ਚੇਂਜ ਦੇ ਵਿੱਚ ਬਦਲ ਜਾਂਦੀ ਹੈ ਤੇ ਉਸ ਕੁਆਲਿਟੇਟਿਵ ਚੇਂਜ ਦੇ ਆਪਣੇ ਡਾਇਨਾਮਿਕਸ ਨੇ। ਮਿਸਾਲ ਉਹਦੀ ਜਿਹੜੀ ਤਾਰੀਖੀ ਮਿਸਾਲ ਹੈ ਉਹ ਇਹ ਅਸੀਂ ਲੈ ਸਕਦੇ ਹਾਂ ਕਿ ਜਿਹੜੀ
ਆਪਣਾ ਐਗਰੀਕਲਚਰਲ ਸੁਸਾਇਟੀ ਹੈ, ਐਗਰੀਕਲਚਰਲ ਸੁਸਾਇਟੀ ਦੇ ਅੰਦਰ ਤਬਦੀਲੀਆਂ ਆਉਂਦੀਆਂ ਨੇ, ਹੌਲੀ 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 ਤਬਦੀਲੀਆਂ ਆਉਂਦੀਆਂ ਜਾਂਦੀਆਂ ਨੇ, ਤੇ ਇੱਕ ਸਟੇਜ ਤੇ ਜਾ ਕੇ ਉਹ ਇੰਡਸਟਰੀਅਲ ਸੁਸਾਇਟੀ ਬਣ ਜਾਂਦੀ ਹੈ ਜਾਂ ਕੈਪੀਟਲਿਸਟ ਸੁਸਾਇਟੀ ਬਣ ਜਾਂਦੀ ਹੈ। ਹੁਣ ਜਿਹੜੀ ਕੁਆਲਿਟੀਜ਼ ਐਗਰੀਕਲਚਰਲ ਸਟੇਜ ਦੀਆਂ ਸੀਗੀਆਂ ਜਾਂ ਐਗਰੀਕਲਚਰਲ ਐਂਟੀਟੀ ਦੀਆਂ ਸੀਗੀਆਂ, ਉਹ ਉਹਨਾਂ ਵਿੱਚੋਂ ਉਹਨਾਂ ਦੀ ਇੱਕ ਯੂਨੀਵਰਸਲ ਜਿਹੜੀ ਹੈ ਉਹ ਤੇ ਹੈ ਕਿ ਉਹਦੇ ਵਿੱਚ ਪਾੜ ਜਾਂ ਉਹਦੇ ਵਿੱਚ ਟਕਰਾਅ ਰਹਿਣਾ ਹੈ। ਲੇਕਿਨ ਜਦੋਂ ਉਹ ਨਵੀਂ ਕੁਆਲਿਟੀ ਵਿੱਚ ਬਦਲ ਜਾਂਦੀਆਂ ਨੇ, ਯਾਨੀ ਜਿਹੜੀ ਕੈਪੀਟਲਿਜ਼ਮ ਦੀ ਵਿੱਚ ਬਦਲ ਜਾਂਦੀਆਂ ਨੇ, ਤੇ ਫਿਰ ਉਹਦੇ ਵਿੱਚ ਜਿਹੜੀ ਟਾਕਰੇ ਨੇ, ਟਾਕਰਿਆਂ ਦੀ ਸ਼ਕਲ ਵੀ ਬਦਲ ਜਾਂਦੀ ਹੈ। ਟਾਕਰਿਆਂ ਦੀ ਜਿਹੜੀ 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 ਹਸਤੀ ਆ ਉਹ ਵੀ ਬਦਲ ਜਾਂਦੀ ਹੈ। ਮਿਸਾਲ ਦੇ ਤੌਰ ਤੇ ਜਦੋਂ ਉਹ ਐਗਰੀਕਲਚਰਲ ਸਟੇਜ ਤੇ ਹੈ ਸੁਸਾਇਟੀ, ਤੇ ਉਹਦਾ ਉਸ ਸੁਸਾਇਟੀ ਦੇ ਉੱਤੇ, ਉਸ ਸੁਸਾਇਟੀ ਦੇ ਵਿੱਚ ਫਿਊਡਲ ਦਾ ਔਰ ਕਿਸਾਨ ਦਾ, ਪੈਜ਼ੈਂਟ ਦਾ ਤਜ਼ਾਦ ਹੈ, ਉਹਨਾਂ ਦੇ ਦਰਮਿਆਨ ਟਾਕਰਾ ਹੈ। ਠੀਕ, ਉਸ ਟਾਕਰੇ ਦੀਆਂ ਆਪਣੀਆਂ ਕਰੈਕਟਰਿਸਟਿਕਸ ਨੇ। ਜਿਹੜੀ ਜਦੋਂ ਉਹ ਸਰਮਾਇਆਦਾਰ ਸੁਸਾਇਟੀ ਵਿੱਚ ਢਲ ਜਾਂਦੀ ਹੈ, ਤੇ ਫਿਰ ਮਜ਼ਦੂਰ ਔਰ ਸਰਮਾਇਆਕਾਰ ਦੇ ਦਰਮਿਆਨ ਵਿੱਚ ਟਾਕਰਾ ਹੈ, ਤੇ ਉਸ ਟਾਕਰੇ ਦੀ ਸ਼ਕਲ ਹੋਰ ਹੈ, ਜਿਹੜੀ ਕਿ ਉਹ ਵਾਲੀ ਨਹੀਂ ਹੈ ਜਿਹੜੀ ਕਿ ਕਿਸਾਨ ਔਰ ਜਾਗੀਰਦਾਰ ਦੇ ਦਰਮਿਆਨ ਸੀ। ਇਹ ਨਵੀਂ, ਇਹਨਾਂ ਨੂੰ ਨਵੀਂ ਤਰੀਕੇ ਨਾਲ ਸਮਝ, ਇਹ ਜਿਹੜੀ ਅਸੀਂ ਜਿਹੜੀ ਸਾਡੇ ਬਹੁਤ ਸਾਰੇ ਅਸੀਂ ਲੋਕੀ ਆਮ ਤੌਰ ਤੇ ਅਸੀਂ ਇੱਕ ਜਨਰਲ ਜਿਹਾ ਫਿਕਰਾ ਬੋਲਨੇ ਆ ਨਾ, ਉਹ ਜੀ ਉਹ ਵੀ ਲੁੱਟਮਾਰ ਸੀ, ਇਹ ਵੀ ਲੁੱਟਮਾਰ ਹੈ, ਉਹ ਵੀ ਜੀ ਉੱਥੇ ਵੀ ਜ਼ੁਲਮ ਹੁੰਦਾ ਸੀ, ਇਹ 'ਚ ਵੀ ਜ਼ੁਲਮ ਹੁੰਦਾ ਹੈ। ਇਹ ਜਨਰਲੀ ਤੇ ਸ਼ਾਇਦ ਯੂਨੀਵਰਸਲੀ ਤੇ ਸ਼ਾਇਦ ਇਹ ਸਹੀ ਹੈ, ਲੇਕਿਨ ਜਿਹੜੀ ਐਨਾਲਿਟੀਕਲ ਲੈਵਲ ਦੇ ਉੱਤੇ ਉਹਦੇ ਵਿੱਚ ਬਹੁਤ ਫਰਕ ਹੈ। ਮਤਲਬ ਉਸ ਫਰਕ ਨੂੰ ਲੋਕੀ ਜਿਹੜਾ ਨੇ ਉਹ ਉੱਤੇ ਧਿਆਨ ਨਹੀਂ ਦਿੰਦੇ ਕਿ ਜਿਹੜਾ ਜਾਗੀਰਦਾਰ ਦਾ ਔਰ ਜਿਹੜਾ ਸਰਫ ਦਾ ਆਪਸ ਵਿੱਚ ਰਿਸ਼ਤਾ ਹੈ, ਉਹ ਸਰਮਾਇਆਦਾਰ ਦਾ ਔਰ ਮਜ਼ਦੂਰ ਦਾ ਨਹੀਂ ਹੈ। ਮਤਲਬ ਇਹ ਠੀਕ ਹੈ ਕਿ ਦੋਵੇਂ ਹੀ ਉਹਨਾਂ ਦੀ ਸਰਪਲਸ ਨੂੰ ਖਾ ਰਹੇ ਨੇ, ਲੇਕਿਨ ਜਿਹੜਾ ਸਰਮਾਇਆਦਾਰ ਦੇ ਜ਼ਮਾਨੇ ਦਾ ਮਜ਼ਦੂਰ ਹੈ, ਸਰਮਾਇਆਕਾਰੀ ਦੌਰ ਦਾ ਮਜ਼ਦੂਰ ਹੈ, ਉਹਦੀ ਹਸੀਅਤ ਸਰਫ ਦੇ ਨਾਲੋਂ ਬਿਲਕੁਲ ਮੁਖਤਲਿਫ ਹੈ, ਤੇ ਉਹਨੂੰ ਜਿਹੜਾ ਉਹ ਸਮਝਣਾ ਬਹੁਤ ਜ਼ਰੂਰੀ ਹੈ। ਅੱਛਾ, ਹੁਣ ਇੱਥੇ ਜਿਹੜੀ ਗੱਲ ਕਰਨ ਦੀ ਲੋੜ ਹੈ ਕਿ ਮਾਰਕਸ ਔਰ ਐਂਗਲਸ ਦੋਵੇਂ ਜਿਹੜੇ ਨੇ, ਉਹਨਾਂ ਨੇ ਇਹਨੂੰ ਫਰਦਰ ਡਿਵੈਲਪ ਕਿਉਂ ਨਹੀਂ ਕੀਤਾ। ਜਿਹੜਾ ਕਿ ਸਾਨੂੰ ਨਜ਼ਰ ਆਉਂਦਾ ਹੈ ਕਿ ਲੈਨਨ ਨੇ ਔਰ ਮਾਓ ਨੇ ਜਿਵੇਂ ਬਾਅਦ ਦੇ ਵਿੱਚ ਲਿਖਿਆ, ਕਿਆ ਮਾਰਕਸ ਔਰ ਐਂਗਲਸ ਜਿਹੜੇ ਨੇ ਇੰਨਾ ਜ਼ਿਆਦਾ ਲਿਖਦੇ ਸਨ, ਕਿਆ ਉਹਨਾਂ ਨੂੰ ਫਾਰਮੂਲੇਟ ਨਹੀਂ ਸੀ ਕਰਨਾ ਹੁੰਦਾ ਕਿ ਮਤਲਬ ਉਹ ਇੱਕ ਪੰਪਲੇਟ ਇੱਥੇ ਵੀ ਲਿਖ ਦਿੰਦੇ 50-100 ਸਫ਼ਿਆਂ ਦਾ ਕਿ ਜਿਹੜੇ ਲਾ ਆਫ ਕੰਟਰਾਡਿਕਸ਼ਨ ਨੇ ਉਹ ਕਿਵੇਂ ਵਰਕ ਕਰਦੇ ਨੇ। ਮੇਰੀ ਆਪਣੀ ਇੰਟਰਪ੍ਰੀਟੇਸ਼ਨ ਇਹ ਹੈ ਕਿ ਉਹਨਾਂ ਦੇ ਮੁਤਾਬਕ ਅਜੇ ਇਹ ਜਿਹੜੀ ਇਲਮ ਹੈ ਕੰਟਰਾਡਿਕਸ਼ਨ ਦਾ, ਉਹਦੀ ਸੁਸਾਇਟੀ ਦੇ ਵਿੱਚ ਐਪਲੀਕੇਸ਼ਨ ਕਿਵੇਂ ਹੋਣੀ ਹੈ, ਜਾਂ ਕੰਟਰਾਡਿਕਸ਼ਨ ਦੇ ਟਾਕਰੇ ਦੇ ਅਮਲ ਨੂੰ ਕਿਵੇਂ ਸਮਝਿਆ ਜਾਵੇ, ਇਹਦੇ ਬਾਰੇ 'ਚ ਉਹ ਐਕਸਪਲੋਰ ਕਰ ਰਹੇ ਸਨ। ਉਹ ਕਿਸੇ ਡੈਫੀਨਿਟ ਨਤੀਜੇ ਤੇ ਨਹੀਂ ਸੀ ਪਹੁੰਚੇ ਹੋਏ। ਜਿਵੇਂ ਫਿਜ਼ਿਸਿਸਟ ਜਿਵੇਂ ਇੱਕ ਥਿਊਰੀ ਦੇ ਉੱਤੇ ਪਹੁੰਚ ਜਾਂਦਾ ਹੈ ਨਾ, ਮਿਸਾਲ ਦੇ ਤੌਰ ਤੇ ਜਿਵੇਂ ਆਪਣਾ ਆਇਨਸਟਾਈਨ ਪਹੁੰਚ ਗਿਆ, ਜਾਂ ਉਸ ਤੋਂ ਪਹਿਲੇ ਨਿਊਟਨ ਪਹੁੰਚ ਗਿਆ,
ਤੇ ਉਹਨਾਂ ਨੇ ਉਹ ਥਿਊਰੀ ਜਿਹੜੀ ਹੈ ਉਹਨੂੰ ਫਾਰਮੂਲੇਟ ਕਰ ਦਿੱਤਾ ਤੇ ਉਹਦੇ ਜਿੰਨੀ ਵੀ ਉਹਨਾਂ ਨੂੰ ਸਮਝ ਆਈ ਉਹਦੀ ਉਹਨਾਂ ਨੇ ਡਿਟੇਲਸ ਵੀ ਦੇ ਦਿੱਤੀਆਂ। ਮੇਰਾ ਖਿਆਲ ਹੈ ਕਿ ਮਾਰਕਸ ਔਰ ਐਂਗਲਸ ਨੂੰ ਇਹ ਸੀ ਕਿ ਅਸੀਂ ਉਸ ਸਟੇਜ ਤੇ ਨਹੀਂ ਪਹੁੰਚੇ ਜਿਸ ਸਟੇਜ ਤੇ ਅਸੀਂ ਇਹਦਾ ਇੰਨਾ ਡਿਟੇਲ ਔਰ ਇਹਦੇ ਇੰਨੇ ਡਿਟੇਲਡ ਜਿਹੜੇ ਪ੍ਰਿੰਸੀਪਲ ਨੇ ਉਹਨਾਂ ਨੂੰ ਅਸੀਂ ਬਣਾ ਸਕਨੇ ਆ। अच्छा, मेरा अपना एक ख्याल है कि लेनिन और माओ ज़ेडुंग दोनों बेसिकली एग्रीकल्चरल सोसाइटी ਨੂੰ एग्रीकल्चरल सोसाइटीज़ ਨੂੰ ਹੀ ਦੇਖ ਰਹੇ ਸਨ ਔਰ ਹੁਣ ਐਗਰੀਕਲਚਰਲ ਸੁਸਾਇਟੀ ਦੇ ਵਿੱਚ ਉਸ ਕਨਸੈਪਟ ਨੂੰ ਉਹ ਅੱਗੇ ਉਹਦੀ ਤਸ਼ਰੀਹ ਕਰ ਰਹੇ ਸਨ ਜਿਹੜਾ ਕਿ ਇੰਡਸਟਰੀਅਲ ਸੁਸਾਇਟੀ ਦੇ ਵਿੱਚ ਪੈਦਾ ਹੋਇਆ ਸੀ। ਯਾਨੀ ਜਿਹੜਾ ਇੰਡਸਟਰੀਅਲ ਸੁਸਾਇਟੀ ਜਾਂ ਇੰਡਸਟਰੀਅਲ ਸੁਸਾਇਟੀ ਦਾ ਜਿਹੜਾ ਮਾਈਂਡ ਸੈਟ ਸੀ ਉਹਦੇ ਵਿੱਚ ਜਿਹੜਾ ਕਨਸੈਪਟ ਕੰਟਰਡਿਕਸ਼ਨ ਦਾ ਹੈ ਸੀ ਲੈਨਨ ਔਰ ਮਾਓ ਜ਼ੇਡੁੰਗ ਜਿਹੜੇ ਨੇ ਉਹ ਉਹਨੂੰ ਐਗਰੀਕਲਚਰਲ ਸੁਸਾਇਟੀ ਦੇ ਵਿੱਚ ਦੇ ਕੰਟੈਕਸਟ ਵਿੱਚ ਉਹਦੀ ਤਸ਼ਰੀਹ ਕਰ ਰਹੇ ਸਨ। ਇੱਕ ਮੇਰਾ ਖਿਆਲ ਹੈ ਕਿ ਉਹਦੀ ਇੱਕ ਚੂੰਕਿ ਦੋਵੇਂ ਜਿਹੜੇ ਨੇ ਉਹ ਇੱਕ ਤਰੀਕੇ ਨਾਲ ਪ੍ਰੈਕਟੀਕਲ ਇਨਕਲਾਬ ਲਿਆ ਰਹੇ ਸਨ, ਮਤਲਬ ਜੋ ਵੀ ਇਨਕਲਾਬ ਸੀ ਉਹ ਪ੍ਰੈਕਟੀਕਲ ਇਨਕਲਾਬ ਲਿਆ ਰਹੇ ਸਨ, ਲੈਨਨ ਵੀ ਤੇ ਫਿਰ ਬਾਅਦ ਦੇ ਵਿੱਚ ਮਾਓ ਵੀ। ਤੇ ਇਸ ਲਈ ਉਹਨਾਂ ਨੂੰ ਮਾਰਕਸਿਜ਼ਮ ਨੂੰ ਫਾਲੋ ਕਰਦਿਆਂ ਹੋਇਆਂ ਇਹ ਲੋੜ ਸੀਗੀ ਕਿ ਉਹ ਆਪਣਾ ਜਿਹੜਾ ਕੇਡਰ ਹੈ ਉਹਨੂੰ ਉਹ ਸਮਝਾਉਣ ਲਈ ਉਹਦੇ ਫਾਰਮੂਲੇ ਬਣਾਉਣ। ਮਿਸਾਲ ਦੇ ਤੌਰ ਦੇ ਉੱਤੇ ਮਾਓ ਜ਼ੇਡੁੰਗ ਦੀ ਜਿਹੜੀ ਔਨ ਕੰਟਰਾਡਿਕਸ਼ਨ ਹੈ ਉਹਦੇ ਵਿੱਚ ਜਿਹੜੀ ਬਿਲਕੁਲ ਆਪਣਾ ਹੁੰਦੀ ਹੈ, ਜਿਹੜੀ ਉਹਦੀ ਤਰਤੀਬ ਉਹਨੇ ਬਣਾਈ ਹੈ ਉਹ ਇਹ ਹੈ ਕਿ ਇੱਕ ਤੇ ਫੰਡਾਮੈਂਟਲ ਕੰਟਰਾਡਿਕਸ਼ਨ ਹੁੰਦੀ ਹੈ ਤੇ ਇੱਕ ਸੈਕੰਡਰੀ ਕੰਟਰਾਡਿਕਸ਼ਨ ਹੁੰਦੀ ਹੈ, ਜਾਂ ਕੰਟਰਾਡਿਕਸ਼ਨਸ ਦੀ ਜਿਹੜੀਆਂ ਨੇ ਉਹ ਕੈਟੇਗਰੀ ਸੁਸਾਇਟੀ 'ਚ ਬਣਾਈਆਂ ਜਾ ਸਕਦੀਆਂ ਨੇ। ਠੀਕ, ਅੱਛਾ, ਹੁਣ ਉਹ ਮਿਸਾਲ ਦੇ ਤੌਰ ਤੇ ਮੈਂ ਤੁਹਾਨੂੰ ਉਹਦੀ ਪ੍ਰੈਕਟੀਕਲ ਮਿਸਾਲ ਦਿੰਦਾ ਹੈ ਕਿ ਅਸੀਂ ਪਾਕਿਸਤਾਨ ਦੇ ਵਿੱਚ ਜਿਹੜੇ ਸਾਡੇ ਉਸਤਾਦ ਸਨ ਸਾਰੇ ਪੜ੍ਹਾਉਣ ਵਾਲੇ, ਮਾਰਕਸਿਜ਼ਮ ਪੜ੍ਹਾਉਣ ਵਾਲੇ, ਤੇ ਉਹ ਉਹਨੂੰ ਕਹਿੰਦੇ ਸੀ ਜੀ ਮੇਜਰ ਤੇ ਮਾਈਨਰ ਕੰਟਰਾਡਿਕਸ਼ਨ। ਤੇ ਮੇਜਰ ਕੰਟਰਾਡਿਕਸ਼ਨ ਜਿਹੜੀ ਹੈ ਉਹ ਸਾਡੀ ਅਸੀਂ ਯਾਨੀ ਦੁਨੀਆ ਦੇ ਸਾਰੇ ਛੋਟੇ ਔਰ ਗਰੀਬ ਮੁਲਕਾਂ ਦੀ ਜਿਹੜੀ ਮੇਜਰ ਕੰਟਰਾਡਿਕਸ਼ਨ ਹੈ ਉਹ ਇੰਪੀਰੀਅਲਿਜ਼ਮ ਦੇ ਨਾਲ ਹੈ। ਉਹ ਇੰਪੀਰੀਅਲਿਜ਼ਮ ਦੇ ਨਾਲ ਹੈ ਔਰ ਉਹ ਪਹਿਲੇ ਕਲੋਨੀਅਲਿਜ਼ਮ ਦੇ ਨਾਲ ਸੀ, ਹੁਣ ਇੰਪੀਰੀਅਲਿਜ਼ਮ ਦੇ ਨਾਲ ਹੈ। ਤੇ ਜਿਹੜੀ ਕਲਾਸ ਕੰਟਰਾਡਿਕਸ਼ਨ ਹੈ ਇਹ ਅਸੂਲੀ ਤੌਰ ਦੇ ਉੱਤੇ ਇਹ ਮਾਈਨਰ ਕੰਟਰਾਡਿਕਸ਼ਨ ਯਾਨੀ ਸੈਕੰਡਰੀ ਕੰਟਰਾਡਿਕਸ਼ਨ। ਅੱਛਾ, ਹੁਣ ਇਹਨੂੰ ਤੁਸੀਂ ਇਹ ਵੀ ਨਾਲ ਕਿਹਾ ਜਾਂਦਾ ਸੀ ਕਿ ਕਦੀ ਵੀ ਜਿਹੜੀ ਮੇਜਰ ਕੰਟਰਾਡਿਕਸ਼ਨ ਮਾਈਨਰ ਕੰਟਰਾਡਿਕਸ਼ਨ ਹੈ ਉਹ ਮੇਜਰ ਬਣ ਸਕਦੀ ਹੈ ਤੇ ਉਹ ਆਪਣੀ ਸ਼ਕਲ ਜਿਹੜੀ ਆ ਉਹ ਬਦਲ ਲੈਂਦੀ ਹੈ। ਅੱਛਾ, ਅਸੂਲੀ ਤੌਰ ਤੇ ਜਿਹੜੀ ਮਾਈਨਰ ਕੰਟਰਾਡਿਕਸ਼ਨ ਹੈ ਉਹ ਕਿਵੇਂ ਮੇਜਰ ਬਣਦੀ ਹੈ ਇਹਦੇ ਬਾਰੇ 'ਚ ਕੁਝ ਜ਼ਿਆਦਾ ਨਹੀਂ ਲਿਖਿਆ ਗਿਆ, ਲੇਕਿਨ ਇਹ ਜ਼ਰੂਰ ਲਿਖਿਆ ਗਿਆ ਕਿ ਮਾਈਨਰ ਮੇਜਰ ਬਣ ਜਾਂਦੀ ਹੈ। ਹੁਣ ਜਿਹੜਾ ਲੈਨਨ ਸੀ ਔਰ ਫਿਰ ਜਿਹੜਾ ਮਾਓ ਜ਼ੇਡੁੰਗ ਵੀ ਸਨ, ਉਹਨਾਂ ਲਈ ਜਿਹੜੀ ਮੇਜਰ ਕੰਟਰਾਡਿਕਸ਼ਨ ਜਿਹਨੂੰ ਉਹ ਕਹਿੰਦੇ ਸਨ ਉਹ ਸਮਝ ਲਓ ਕਿ ਉਹ ਜਿਹੜੀ ਕੈਪੀਟਲਿਸਟ ਵੱਡੀਆਂ ਪਾਵਰਸ ਨੇ ਉਹ ਨੇ ਦੋਵਾਂ ਦੀਆਂ ਸੁਸਾਇਟੀਆਂ ਦੇ ਵਿੱਚ, ਤੇ ਇਸ ਲਈ ਉਹਨਾਂ ਨੇ ਉਹਨੂੰ ਮੇਜਰ ਬਣਾ ਲਿਆ ਤੇ ਉਹਦੀਆਂ ਅੱਗੇ ਮਾਈਨਰ ਸ਼ਕਲਾਂ ਜਿਹੜੀਆਂ ਨੇ ਉਹ ਕਲਾਸ ਵਗੈਰਾ ਕਰਨੀ ਸ਼ੁਰੂ ਕਰਤੀਆਂ।
मेरा ख्याल है कि ये साइंटिफिक, इट लुक्ड लाइक साइंस। ਇਹ ਲੱਗ ਇਹਦੀ ਜ਼ੁਬਾਨ ਜਿਹੜੀ ਹੈ ਲੈਨਨ ਦੀ ਔਰ ਮੌਜ਼ੇਤੁੰਗ ਦੀ ਜ਼ੁਬਾਨ ਇੰਜ ਲੱਗਦੀ ਹੈ ਕਿ ਜਿਵੇਂ ਸਾਇੰਸ ਦੀ ਗੱਲ ਹੋ ਰਹੀ ਹੈ। ਲੇਕਿਨ ਮੇਰਾ ਆਪਣਾ ਖਿਆਲ ਹੈ ਕਿ ਇਹ ਸਾਇੰਸ ਦੀ ਬਜਾਏ ਇਹ ਜਿਹੜੀਆਂ ਆਪਣੀਆਂ ਸੁਸਾਇਟੀ ਦੀਆਂ ਲੋੜਾਂ ਸਨ ਉਹਨਾਂ ਨੂੰ ਸਮਝਣ ਲਈ ਜਾਂ ਸਮਝਾਉਣ ਲਈ ਕੰਟਰਾਡਿਕਸ਼ਨ ਦੀ ਜਿਹੜੀ ਕਨਸੈਪਟ ਹੈ ਉਹਨੂੰ ਇਲੈਬੋਰੇਟ ਕੀਤਾ ਗਿਆ। ਔਰ ਜਿਹੜੀ ਜਿਵੇਂ ਮਾਰਕਸ ਔਰ ਐਂਗਲ ਜਿਵੇਂ ਕੰਟਰਾਡਿਕਸ਼ਨ ਦੇ ਕਨਸੈਪਟ ਨੂੰ ਜਿਵੇਂ ਯੂਜ਼ ਕਰ ਰਹੇ ਸਨ, ਲੇਕਿਨ ਉਹ ਤੇ ਜ਼ਿਆਦਾਤਰ ਉਹਨੂੰ ਕੈਪੀਟਲਿਸਟ ਸੁਸਾਇਟੀ ਦੇ ਅੰਦਰ ਯੂਜ਼ ਕਰ ਰਹੇ ਸਨ, ਕਿਉਂਕਿ ਪਹਿਲੀਆਂ ਸੁਸਾਇਟੀਆਂ ਦੇ ਬਾਰੇ 'ਚ ਉਹ ਇੰਨਾ ਇਲੈਬੋਰੇਟ ਉਹਨਾਂ ਨੇ ਨਾ ਲਿਖਿਆ ਤੇ ਨਾ ਜ਼ਿਆਦਾ ਸੋਚਿਆ। ਮਾਰਕਸ ਨੇ ਤਾਂ ਖੈਰ ਪਹਿਲੀਆਂ ਸੁਸਾਇਟੀਆਂ ਦੇ ਬਾਰੇ 'ਚ ਲਿਖਿਆ ਵੀ ਬਹੁਤ ਘੱਟ ਹੈ, ਤੇ ਐਂਗਲਸ ਨੇ ਜਿਹੜਾ ਹੈ ਉਹ ਕੁਛ ਲਿਖਿਆ ਪੁਰਾਣੀਆਂ ਸੁਸਾਇਟੀਆਂ ਦੇ ਬਾਰੇ 'ਚ, ਉਹ ਵੀ ਦੂਜਿਆਂ ਦੀ ਰਿਸਰਚ ਦੇ ਬੇਸ ਦੇ ਉੱਤੇ। ਤੇ ਮੈਂ ਇਹ ਸਮਝਦਾ ਕਿ ਜਿਹੜੀ ਕੰਟਰਾਡਿਕਸ਼ਨ ਦੇ ਮਾਇਨੇ ਨੇ ਜਾਂ ਕੰਟਰਾਡਿਕਸ਼ਨ ਦਾ ਜਿਹੜਾ ਕਨਸੈਪਟ ਹੈ ਉਹਨੂੰ ਦੁਬਾਰਾ ਤੋਂ ਉਹਨੂੰ ਵੇਖਣ ਦੀ ਲੋੜ ਹੈਗੀ ਹੈ ਕਿ ਇਹ ਜਿਹੜੀ ਕੰਟਰਾਡਿਕਸ਼ਨ ਦੀ ਜਿਹੜੀ ਤਸ਼ਰੀਹ ਹੈ ਜਾਂ ਇਹਦੀ ਇਸ ਅਸੂਲ ਦੀ ਜਿਹੜੀ ਐਲੈਬੋਰੇਸ਼ਨ ਹੈ ਜਾਂ ਇਹਦੇ ਜਿਹੜੇ ਕਰੈਕਟਰਿਸਟਿਕਸ ਨੇ ਕੰਟਰਾਡਿਕਸ਼ਨ ਦੇ ਉਹਨਾਂ ਨੂੰ ਕਿਵੇਂ ਸਮਝਿਆ ਜਾਵੇ, ਇਹ ਮੇਰਾ ਆਪਣਾ ਖਿਆਲ ਹੈ। ਕਿਉਂਕਿ ਜੇ ਮੌਜ਼ੇਤੁੰਗ ਔਰ ਲੈਨਨ ਦਾ ਜਿਹੜਾ ਵਿਊ ਹੈ ਅਗਰ ਉਹਨਾਂ ਨੂੰ ਸਾਹਮਣੇ ਰੱਖਿਆ ਜਾਵੇ ਤੇ ਫਿਰ ਤੇ ਇਹ ਹੈ ਕਿ ਜੀ ਸੋਸ਼ਲਿਜ਼ਮ ਦੇ ਲੈਵਲ ਦੇ ਉੱਤੇ ਜਿਹੜੀ ਮੇਜਰ ਐਂਟੈਗੋਨਿਜ਼ਮ ਹੈ ਜਾਂ ਕੰਟਰਾਡਿਕਸ਼ਨ ਹੈਗੀ ਹੈ ਬਿਟਵੀਨ ਦਾ ਲੇਬਰ ਐਂਡ ਦਾ ਕੈਪੀਟਲਿਸਟ, ਉਹ ਮੁੱਕ ਚੁੱਕੀ ਹੈ ਤੇ ਹੁਣ ਉਹ ਪਿੱਛੇ ਨਹੀਂ ਜਾ ਸਕਦੀ। ਤੇ ਹੁਣ ਅੱਗੇ ਕਮਿਊਨਿਸਟ ਸੁਸਾਇਟੀ ਜਿਹੜੀ ਹੈ ਉਹ ਬਣ ਜਾਣੀ ਹੈ, ਔਰ ਕਮਿਊਨਿਸਟ ਸੁਸਾਇਟੀ ਦੇ ਵਿੱਚ ਉਸ ਵਾਇਲੈਂਸ ਦੀ ਤੇ ਉਸ ਦੀ ਆਪਣਾ ਇੱਕ ਨੂੰ ਦੂਜੇ ਨੂੰ ਦਬਾਉਣ ਦੀ ਲੋੜ ਨਹੀਂ ਹੈਗੀ, ਠੀਕ। ਲੇਕਿਨ ਇਹ ਹੋਇਆ ਇਹ ਹੈ ਕਿ ਦੋਨਾਂ ਜਗ੍ਹਾ ਤੇ ਰੂਸ ਦੇ ਵਿੱਚ ਵੀ ਤੇ ਚੀਨ ਦੇ ਵਿੱਚ ਵੀ ਜਿਹੜੀ ਸੁਸਾਇਟੀ ਹੈ ਉਹ ਪਿੱਛੇ ਚਲੀ ਗਈ ਹੈ। ਉਹ ਆਪਣਾ ਬਜਾਏ ਸੋਸ਼ਲਿਜ਼ਮ ਜਿਹਨੂੰ ਉਹ ਕਹਿੰਦੇ ਸਨ, ਬਜਾਏ ਉਹ ਸੋਸ਼ਲਿਜ਼ਮ ਦੇ ਤੋਂ ਅੱਗੇ ਕਮਿਊਨਿਜ਼ਮ ਵੱਲ ਜਾਣ ਦੇ, ਉਹ ਸੋਸ਼ਲਿਜ਼ਮ ਤੋਂ ਪਿੱਛੇ ਧੱਕਾ ਮਾਰ ਕੇ ਤੇ ਉਹ ਕੈਪੀਟਲਿਸਟ ਮੋਡ ਮਾਰਕੀਟ ਸਿਸਟਮ ਦੇ ਵਿੱਚ ਚਲੀ ਗਈ ਹੈ। ਸੋ ਇਹਦਾ ਮਤਲਬ ਇਹ ਹੈ ਕਿ ਜਿਸ ਤਰ੍ਹਾਂ ਕੰਟਰਾਡਿਕਸ਼ਨ ਨੂੰ ਡਿਫਾਈਨ ਕੀਤਾ ਗਿਆ ਸੀ ਜਾਂ ਜਿਵੇਂ ਉਹਦੇ ਥਰੂ ਸੁਸਾਇਟੀ ਦਾ ਐਨਾਲਿਸਿਸ ਕੀਤਾ ਗਿਆ ਸੀ, ਉਹਦੇ ਵਿੱਚ ਬਹੁਤ ਵੱਡੇ ਘਾਟ ਸਨ। ਔਰ ਇਹ ਬਹੁਤ ਬੇਸਿਕ ਜਿਹੜੀ ਗੱਲ ਹੈਗੀ ਆ। ਤੁਸੀਂ ਕਰੋ ਇਹ ਤੇ ਗੱਲ, ਤੁਸੀਂ ਆਪਣਾ ਜਸਪਾਲ ਜੀ ਤੁਸੀਂ ਵੀ ਕਰੋ ਗੱਲ। नहीं, गल ठीक है कि मार्क्सिस्ट थ्योरी ते 20वीं सदी च एक्चुअली काम ही नहीं होया। हाँ जी। ते जिहड़ा लैनिन दा लास्ट काम है जिहड़ा हैगा मटीरियलिज्म इंपीरियो क्रिटिसिज्म, वो सिर्फ इलैबोरेट ही करदा ऑलरेडी जिहड़े स्टेटेड प्रिंसिपल हैगे। ते लैनिन ते माओ सेतुंग जिहड़े हैगे आ वो प्रैक्टिकल प्रॉब्लम सॉल्व कर रहे हैं अपने रेवोल्यूशन दे। जिक्को इंपीरियलिज्म हाईएस्ट स्टेज दे विच लैनिन कहंदा ते बाद फिर 17-18 विच कि बई असीं हुण रेवोल्यूशन तां लै आंदा जी,
ਤੇ ਹੁਣ ਬੰਦੇ ਕਹਿੰਦੇ ਸੀ ਕਿ ਜੀ ਉਹ ਮਟੀਰੀਅਲ ਕੰਡੀਸ਼ਨ ਸੋਸ਼ਲਿਜ਼ਮ ਵਾਸਤੇ ਨਹੀਂ ਆ ਤੇ ਕੀ ਕਰੀਏ। ਹਾਂ ਉਹ ਕਹਿੰਦਾ ਬਈ ਪ੍ਰੋਲੀਟੇਰੀਅਤ ਨੂੰ ਜਿਹੜੇ ਹੈਗੇ ਆ ਉਹ ਬੁਰਜੂਆ ਰੈਵੋਲੂਸ਼ਨ ਦੇ ਕੰਮ ਕਰਨ ਦੀ ਲੋੜ ਹੈਗੀ ਆ। ਹਾਂ ਤੇ ਇਸ ਕਰਕੇ ਉਹ ਕਾਫੀ ਤਾਂ ਉਹਨਾਂ ਦੇ ਕੰਮ ਉਹੀ ਸੀਗੇ ਤੇ ਉਹ ਜਿਹੜੇ ਚੇਂਜਸ ਵੀ ਆਏ 20-30 ਸਾਲਾਂ ਚ ਉਹਦੇ ਬਾਰੇ ਥਿਓਰਾਈਜ਼ ਐਕਚੁਅਲੀ ਕੀਤਾ ਹੀ ਨਹੀਂ ਗਿਆ। ਤੇ ਸਪੈਸ਼ਲੀ ਆ ਜਿਹੜਾ ਕੰਟਰਾਡਿਕਸ਼ਨ ਦਾ ਜਿਹੜਾ ਅਸੂਲ ਹੈ ਨਾ, ਇਹਦੇ ਬਾਰੇ ਇਹਦੀ ਐਗਜ਼ਾਮਪਲ ਹੁਣ ਦਿੰਦੇ ਇੰਡੀਆ ਦੇ ਵਿੱਚ ਕਾਮਰੇਡ ਕਹਿੰਦੇ ਆ ਜੀ ਬੀਜੇਪੀ ਹੁਣ ਮੇਜਰ ਕੰਟਰਾਡਿਕਸ਼ਨ ਆ ਗਿਆ, ਫਾਸ਼ਿਜ਼ਮ ਹੈ, ਬੀਜੇਪੀ ਫਾਸ਼ਿਸਟ ਹੈ, ਇਸ ਕਰਕੇ ਇਹਦੇ ਨਾਲ ਜਿਹੜੀ ਵੱਡੀ ਲੜਾਈ ਕਰਨ ਦੀ ਲੋੜ ਹੈਗੀ ਹੈ। ਠੀਕ। ਤੇ ਇਹ ਮਤਲਬ ਬਹੁਤ ਜ਼ਿਆਦਾ ਸੁਪਰਫਿਸ਼ੀਅਲ ਐਟ ਦਾ ਮੋਸਟ ਇਹ ਡਿਸਕ੍ਰਿਪਸ਼ਨ ਹੈ, ਕੋਈ ਐਨਾਲਿਸਿਸ ਹੈ ਨਹੀਂ। ਬਿਲਕੁਲ ਇਹ ਗੱਲ ਸਹੀ ਹੈ। ਜਿਵੇਂ ਪਾਕਿਸਤਾਨ ਦੇ ਵਿੱਚ ਸਾਡੇ ਬਹੁਤ ਸਾਰੇ ਜਿਹੜੇ ਆਪਣਾ ਐਨਲਾਈਟਨ ਲੋਕ ਨੇ, ਸਾਡੇ ਪੁਰਾਣੇ ਕਾਮਰੇਡ ਨੇ, ਉਹ ਕਹਿੰਦੇ ਨੇ ਕਿ ਜੀ ਇਹ ਜਿਹੜਾ ਇਸਲਾਮੀ ਨਿਜ਼ਾਮ ਆਇਆ ਹੈ ਪਾਕਿਸਤਾਨ 'ਚ ਉਹ ਮੇਜਰ ਕੰਟਰਾਡਿਕਸ਼ਨ ਹੈ। ਯਾਨੀ ਇਹਦੇ ਵਿੱਚ ਇਹ ਵੀ ਮੰਨਿਆ ਜਾਂਦਾ ਹੈ ਔਰ ਕਿਹਾ ਜਾਂਦਾ ਹੈ ਕਿ ਇਹ ਜਿਹੜਾ ਇਸਲਾਮੀ ਨਿਜ਼ਾਮ ਆਇਆ ਹੈ, ਇਹ ਇਸਲਾਮੀ ਨਿਜ਼ਾਮ ਜਿਹੜਾ ਹੈ ਜ਼ਿਆਉਲ ਹੱਕ ਅਮਰੀਕਾ ਤੇ ਸਾਊਦੀ ਅਰਬ ਦੇ ਰੈਫਰੈਂਸ ਨਾਲ ਆਇਆ ਹੈ। ਯਾਨੀ ਇਹਦੀ ਕਾਜ਼ ਜਿਹੜੀ ਹੈ ਉਹ ਐਕਸਟਰਨਲ ਹੈ, ਬੇਸਿਕਲੀ ਇਹ ਮੰਨਿਆ ਜਾਂਦਾ ਹੈ। ਠੀਕ। ਤੇ ਹੁਣ ਜਿਵੇਂ ਮੈਂ ਪਹਿਲੇ ਕਿਹਾ ਸੀ ਕਿ ਜੇ ਕੰਟਰਾਡਿਕਸ਼ਨ ਜਿਹੜੀ ਹੈ ਉਹ ਕਿਸੇ ਫਿਨੋਮੇਨੇ ਦੇ ਅੰਦਰ ਹੁੰਦੀ ਹੈ ਤੇ ਫਿਰ ਇਹ ਸਾਊਦੀ ਅਰਬ ਤੇ ਅਮਰੀਕਾ ਤੇ ਬਾਕੀ ਜਿਹੜਾ ਅਸੀਂ ਥਿਓਰਾਈਜ਼ ਕਰਨੇ ਆ ਫਿਰ ਤੇ ਇਹ ਗਲਤ ਹੈ। ਕਿਉਂਕਿ ਦੇਖੋ ਨਾ, ਹਿੰਦੁਸਤਾਨ ਦੇ ਵਿੱਚ ਤੇ ਨਾ ਅਮਰੀਕਾ ਨੇ ਬੀਜੇਪੀ ਨੂੰ ਬਣਾਇਆ ਤੇ ਨਾ ਆਪਣਾ ਕਿਸੇ ਜਰਨੈਲ ਨੇ ਬਣਾਇਆ, ਤੇ ਉਹ ਉੱਥੇ ਜਿਹੜੀ ਬੀਜੇਪੀ ਦੀ ਜਿਹੜੀ ਆਪਣਾ ਹਿੰਦਾਫਤਾ ਹੈ, ਹਿੰਦਤਵਾ ਹੈ ਜਿਹੜੀ, ਉਹ ਤੇ ਇੰਡੀਪੈਂਡੈਂਟ ਆਫ ਐਨੀ ਜਾਂ ਕਮ ਅਜ਼ ਕਮ ਬਾਹਰ ਦੀਆਂ ਤਾਕਤਾਂ ਜਾਂ ਬਾਹਰਲੇ ਜਿਹੜੇ ਐਲੀਮੈਂਟਸ ਨੇ ਜਾਂ ਬਾਹਰ ਦੀਆਂ ਫੋਰਸਸ ਜਿਹੜੀਆਂ ਨੇ ਉਹ ਉਹਨਾਂ ਦਾ ਤੇ ਕੋਈ ਖਾਸ ਹੱਥ ਨਜ਼ਰ ਨਹੀਂ ਆਉਂਦਾ। ਲੇਕਿਨ ਜੇ ਇਸ ਤਰ੍ਹਾਂ ਦੇਖੋ ਤੇ ਫਿਰ ਸਾਨੂੰ ਇਹ ਵੇਖਣਾ ਪਏਗਾ ਕਿ ਜਿਹੜੀ ਇਹ ਹਿੰਦੁਸਤਾਨੀ ਪਾਕਿਸਤਾਨੀ ਸੁਸਾਇਟੀ ਹੈ, ਅਸੀਂ ਆਪਣੀ ਆਸਾਨੀ ਲਈ ਦੋ ਮੁਲਕਾਂ ਦੀ ਮਿਸਾਲ ਲੈ ਰਹੇ ਹਾਂ, ਹੋਰ ਜ਼ਰੂਰੀ ਨਹੀਂ ਹੋਰ ਵੀ ਕਿਸੇ ਮੁਲਕ ਦੀ ਮਿਸਾਲ ਲਈ ਜਾ ਸਕਦੀ ਹੈ, ਕਿਉਂਕਿ ਇਹਨਾਂ ਦੇ ਵਿੱਚ ਇੱਕ ਹੀ ਤਰ੍ਹਾਂ ਦਾ ਫਿਨੋਮਨਾ ਜਿਹੜਾ ਹੈ ਉਹ ਪੈਦਾ ਹੁੰਦਾ ਹੈ, ਯਾਨੀ ਮਜ਼ਹਬ ਪ੍ਰਸਤੀ ਦਾ। ਤੇ ਉਹ ਜਿਹੜੀ ਕੰਟਰਾਡਿਕਸ਼ਨ ਜਿਹਦੇ ਨਤੀਜੇ ਦੇ ਤੌਰ ਤੇ ਇਹ ਪੈਦਾ ਹੋਇਆ, ਉਹ ਕੀ ਕੰਟਰਾਡਿਕਸ਼ਨ ਸੀ ਔਰ ਉਹ ਕੰਟਰਾਡਿਕਸ਼ਨ ਨੇ ਆਪਣੀ ਕੀ ਸ਼ਕਲ ਅਡਾਪਟ ਕੀਤੀ ਹੈ ਔਰ ਉਹਦੀ ਹੋਣ ਵਾਲੀ ਸ਼ਕਲ ਜਿਹੜੀ ਹੈ ਉਹ ਕਿਵੇਂ ਹੋਈ ਹੈ। ਇੱਕ ਤੇ ਗੱਲ ਇਹ ਹੈ। ਸੋ ਉਹ ਜਿਹੜੀਆਂ ਕੰਟਰਾਡਿਕਸ਼ਨਸ ਨੇ, ਮਤਲਬ ਮਿਸਾਲ ਦੇ ਤੌਰ ਤੇ ਜਦੋਂ ਅਸੀਂ ਇਹ ਕਹਿ ਰਹੇ ਸਾਂ 60s ਦੇ ਵਿੱਚ 70s ਦੇ ਵਿੱਚ ਕਿ ਮੇਜਰ ਕੰਟਰਾਡਿਕਸ਼ਨ ਜਿਹੜੀ ਹੈਗੀ ਹੈ ਉਹ ਇੰਪੀਰੀਅਲਿਜ਼ਮ ਦੇ ਨਾਲ ਹੈ, ਅਸੀਂ ਮੇਜਰ ਤੇ ਮਾਈਨਰ ਬਣਾ ਲਈਆਂ ਸਨ ਨਾ, ਤੇ ਆਪਣਾ ਮੇਜਰ ਸਾਡੀ ਕੰਟਰਾਡਿਕਸ਼ਨ ਇੰਪੀਰੀਅਲਿਜ਼ਮ ਦੇ ਨਾਲ ਹੈ, ਤੇ ਇਸ ਲਈ ਸਾਡੀ ਪਹਿਲੀ ਲੜਾਈ ਇੰਪੀਰੀਅਲਿਜ਼ਮ ਦੇ ਨਾਲ ਹੈ। ਅੱਛਾ, ਕਿਆ ਇਹ ਫਾਰਮੂਲੇਸ਼ਨ ਦੁਰਸਤ ਸੀ? ਕਿਆ ਇੰਪੀਰੀਅਲਿਜ਼ਮ ਵਾਕਿਆ ਹੀ ਪਾਕਿਸਤਾਨ ਜਾਂ ਹਿੰਦੁਸਤਾਨ ਦੇ ਲੋਕਾਂ ਦੀ ਮੇਜਰ ਕੰਟਰਾਡਿਕਸ਼ਨ ਸੀ? ਤੇ ਕਲਾਸ ਜਾਂ ਦੂਜੀਆਂ ਜਿਹੜੀਆਂ ਕੰਟਰਾਡਿਕਸ਼ਨ ਸਨ ਉਹ ਸੈਕੰਡਰੀ ਕੰਟਰਾਡਿਕਸ਼ਨ ਸਨ? ਕਿਆ ਇਹ ਗੱਲ ਸਹੀ ਸੀ? ਜਾਂ ਕਿਆ ਇਹ ਮੇਜਰ ਔਰ ਮਾਈਨਰ ਦਾ ਜਿਹੜਾ ਮੌਜੂ ਤੁੰਗ ਨੇ ਜਿਹੜਾ ਕਨਸੈਪਟ ਦਿੱਤਾ, ਇਹ ਕਿਆ ਸਿਰਫ ਆਪਣੀ
ਸਹੂਲਤ ਲਈ ਦਿੱਤਾ ਸੀ ਜਾਂ ਇਹ ਲਾ ਆਫ ਕੰਟਰਾਡਿਕਸ਼ਨ ਜਿਹੜਾ ਹੈਗਾ ਹੈ, ਬੇਸਿਕ ਜਿਹੜੀ ਕੰਟਰਾਡਿਕਸ਼ਨ ਦਾ ਜਿਹੜਾ ਲਾ ਹੈ, ਇਹ ਉਹਦੇ ਅੰਦਰ ਇਵੇਂ ਕੀਤਾ ਜਾ ਸਕਦਾ ਹੈ ਕਿ ਉਹਨਾਂ 'ਚ ਕਿਸੇ ਨੂੰ ਮੇਜਰ ਕਿਹਾ ਜਾਂਦਾ, ਕਿਸੇ ਨੂੰ ਮਾਈਨਰ। ਮੈਂ ਇਹ ਕਹਿ ਰਿਹਾ। ਨਹੀਂ, ਇੱਕ ਹੋਰ ਐਗਜ਼ਾਮਪਲ ਮੈਂ ਤੁਹਾਨੂੰ ਦਿੰਦਾ। ਅੱਜ ਕੱਲ ਇੱਥੇ ਅਮਰੀਕਾ 'ਚ ਤੇ ਕਈ ਹੋਰ ਯੂਰਪੀਅਨ ਕੰਟਰੀਜ਼ 'ਚ ਕਈ ਲੈਫਟਿਸਟ ਕਹਿੰਦੇ ਕਿ ਹੁਣ ਜਿਹੜਾ ਮੇਜਰ ਕੰਟਰਾਡਿਕਸ਼ਨ ਹੈ ਉਹ ਹੈ ਕਲਾਈਮੇਟ ਕ੍ਰਾਈਸਿਸ ਦਾ। ਕਿਹਦਾ? ਕਲਾਈਮੇਟ ਕ੍ਰਾਈਸਿਸ। ਹਾਂ ਠੀਕ। ਕਿਉਂਕਿ ਜੇ ਪਲੈਨਟ ਹੀ ਨਾ ਰਿਹਾ ਜਾਂ ਹਿਊਮੈਨਿਟੀ ਨਾ ਰਹੀ, ਬਾਕੀ ਸਭ ਕੰਟਰਾਡਿਕਸ਼ਨ ਹੈ ਉਹ ਸਬਸਿਊਮ ਹੋ ਜਾਂਦੇ। ਤੇ ਮੇਨ ਜਿਹੜੀ ਸਟਰਗਲ ਹੈ ਉਹ ਕਲਾਈਮੇਟ ਜਸਟਿਸ ਲਈ ਹੈ। ਹਾਂ। ਤੇ ਬਾਕੀ ਜਿਹੜੇ ਗੱਲਾਂ ਬਾਤਾਂ ਉਹ ਬਾਅਦ ਚ ਨਿਪਟੀਆਂ ਜਾਣਗੀਆਂ। ਪਹਿਲਾਂ ਇਹ ਕਲਾਈਮੇਟ ਚੇਂਜ ਨਾਲ ਨਜਿੱਠੋ। ਇਹ ਵੀ ਉਸੇ ਸੋਚ ਦਾ ਇੱਕ ਉਹ ਹੈਗਾ ਐਕਸਪ੍ਰੈਸ਼ਨ। ਇਹ ਉਸੇ ਸੋਚ ਦਾ ਐਕਸਪ੍ਰੈਸ਼ਨ ਹੈ। ਜਾਂ ਇਹ ਹੈ ਕਿ ਜਦੋਂ ਅਸੀਂ ਪਾਕਿਸਤਾਨ ਦੇ ਵਿੱਚ ਕੰਟਰਾਡਿਕਸ਼ਨ ਦੀ ਗੱਲ ਕਰ ਰਹੇ ਸਾਂ ਤੇ ਹੁਣ ਅਮਰੀਕਾ ਦੇ ਵਿੱਚ ਜਿਵੇਂ ਤੁਸੀਂ ਕਿਹਾ ਅਸੀਂ ਜਿਵੇਂ ਕੰਟਰਾਡਿਕਸ਼ਨ ਦੀ ਗੱਲ ਕਰ ਰਹੇ ਹਾਂ, ਕਿਆ ਇਹਨੂੰ ਮੇਜਰ ਮਾਈਨਰ ਕਰਕੇ ਇੰਜ ਪੜ੍ਹਿਆ ਜਾਵੇ ਜਾਂ ਇਹਨਾਂ ਕੰਟਰਾਡਿਕਸ਼ਨ ਨੂੰ ਕਿਸੇ ਹੋਰ ਅਸੂਲ ਦੇ ਹਿਸਾਬ ਨਾਲ ਕਿਸੇ ਸਾਇੰਟਿਫਿਕ ਤਰੀਕੇ ਨਾਲ ਇਹਨਾਂ ਨੂੰ ਸਮਝਿਆ ਜਾਵੇ? ਇਹ ਹੈ ਸਵਾਲ। ਰਾਣਾ ਸਾਹਿਬ, ਤੁਹਾਡਾ ਕੀ ਖਿਆਲ ਹੈ? ਮੈਂ ਸਰ ਇੱਕ ਤੇ ਪਿੱਛੇ ਥੋੜਾ ਜਿਹਾ ਜਾਣਾ। ਮੈਂ ਸਮਝਦਾ ਕਿ ਮਾਰਕਸ ਨੇ ਔਰ ਐਂਗਲਸ ਨੇ ਬਹੁਤ ਕੁਝ ਨਹੀਂ ਲਿਖਿਆ ਜਾਂ ਸਮਝ ਨਹੀਂ ਆਈ, ਤੇ ਉਹਨਾਂ ਦਾ ਮੇਰਾ ਖਿਆਲ ਇਹ ਖਿਆਲ ਸੀ ਕਿ ਜਿਹੜੇ ਇੱਕ ਤੇ ਆਇਡੈਂਟੀਫਾਈ ਕਰਨਾ ਕਿ ਅੰਦਰੂਨੀ ਚੀਜ਼ਾਂ, ਮੁੱਢਲੀਆਂ ਚੀਜ਼ਾਂ ਕੀ ਨੇ ਜਿਨ੍ਹਾਂ ਦੀ ਵਜ੍ਹਾ ਨਾਲ ਇਹ ਤਬਦੀਲੀ ਆਉਂਦੀ ਹੈ। ਅੱਛਾ, ਉਹ ਮੁੱਢਲੀਆਂ ਚੀਜ਼ਾਂ ਦੀ ਕੇਸ ਨੂੰ ਮੁੱਢਲੀ ਗਿਣਨਾ ਹੈ, ਕੇਸ ਨੂੰ ਨਹੀਂ ਗਿਣਨਾ, ਔਰ ਕਿੰਨੀਆਂ ਨੇ ਔਰ ਕਿਹੜੀ ਹੈ। ਸ਼ਾਇਦ ਉਸ ਵੇਲੇ ਟੂਲਸ ਅਵੇਲੇਬਲ ਨਹੀਂ ਸਨ, ਜਿਹੜੇ ਕਿ ਟੂਲ ਸਾਨੂੰ ਅੱਜ ਸ਼ਾਇਦ ਅਵੇਲੇਬਲ ਹੋ ਗਏ ਨੇ ਕਿ ਅਸੀਂ ਉਹਨਾਂ ਨੂੰ ਕੈਲਕੂਲੇਟ ਕਰ ਸਕਦੇ ਹਾਂ। ਫਿਰ ਇਹ ਹੈ ਕਿ ਉਸ ਜ਼ਮਾਨੇ 'ਚ ਇਹ ਦੇਖਣਾ ਕਿ ਬਾਹਰ ਦੇ ਜਿਹੜੀ ਕੁਵਤਾਂ ਨੇ ਉਹ ਇਸ ਦੀ ਤਬਦੀਲੀ ਵਾਸਤੇ ਕਿੰਨੀਆਂ ਕਿਹੜੀ ਅਮਲ ਕਰ ਰਹੀ ਹੈ ਔਰ ਕਿੰਨੀਆਂ ਅਮਲ ਕਰ ਰਹੀ ਹੈ। ਜਿਵੇਂ ਤੁਸੀਂ ਉਹ ਪਾਣੀ ਵਾਲੀ ਮਿਸਾਲ ਦਿੱਤੀ, ਟੈਂਪਰੇਚਰ ਇਜ਼ ਵਨ, ਪ੍ਰੈਸ਼ਰ ਇਜ਼ ਅਦਰ, ਦੇਰ ਆਰ ਅਦਰ ਥਿੰਗਸ ਜਿਹੜੀਆਂ ਕਿ ਅਮਲ ਕਰਦੀਆਂ ਔਰ ਖਾਸ ਤੌਰ ਤੇ ਸੁਸਾਇਟੀ ਦੇ ਵਿੱਚ ਤੇ ਬੇਸ਼ੁਮਾਰ ਚੀਜ਼ਾਂ ਅਮਲ ਕਰਦੀਆਂ। ਤੇ ਮੇਰਾ ਜ਼ਾਤੀ ਖਿਆਲ ਇਹ ਹੈ ਕਿ ਉਸ ਵੇਲੇ ਉਹ ਟੂਲਸ ਅਵੇਲੇਬਲ ਨਹੀਂ ਸਨ ਕਿ ਹਰ ਇੱਕ ਚੀਜ਼ ਦਾ ਅਦਰਾਕ ਕੀਤਾ ਜਾ ਸਕਦਾ। ਤੇ ਜਿਸ ਵੇਲੇ ਵੀ ਉਹ ਰਿਜ਼ਲਟ ਲੈਣ ਦੀ ਕੋਸ਼ਿਸ਼ ਕਰਦੇ ਸਨ ਜਾਂ ਉਸ ਤੇ ਸੋਚਦੇ ਸਨ ਤੇ ਉਹ ਕਿਸੇ ਜਾ ਕੇ ਸਟਕ ਹੋ ਜਾਂਦੇ ਹੋ। ਜਿੱਥੇ ਤੱਕ ਇਹ ਗੱਲ ਹੈ ਮਾਈਨਰ ਔਰ ਮੇਜਰ ਕੰਟਰਾਡਿਕਸ਼ਨ ਦੀ ਗੱਲ ਹੈ, ਮੈਨੂੰ ਇਹ ਨਜ਼ਰ ਆਉਂਦਾ ਹੈ ਕਿ ਇੱਕ ਕਨਵੀਨੀਅੰਸ ਵਾਸਤੇ ਇਜਾਦ ਕਿਹਾ ਗਿਆ ਆਪਣੀ ਜਿਹੜੀ ਲੈਨਨ ਔਰ ਮੋਜ਼ੇਤੁੰਗ ਪਾਰੋ ਕਿ ਜੀ ਉਹ ਜਿਹੜੀ ਬੇਸਿਕ ਕੰਟਰਾਡਿਕਸ਼ਨ ਸਨ ਜਿਹੜੀਆਂ ਲੈ ਕੇ ਜਿਨ੍ਹਾਂ ਦੀ ਵਜ੍ਹਾ ਨਾਲ ਸੁਸਾਇਟੀ ਨੇ ਚੇਂਜ ਹੋਣਾ ਸੀ, ਫਾਰਮੂਲੇ ਨੂੰ ਸਾਇੰਸੀ ਬੁਨਿਆਦ ਤੇ ਦੇਖੀਏ ਤੇ ਇਹਨੇ ਖਾਸ ਜਗ੍ਹਾ ਤੇ ਜਾ ਕੇ ਇੱਕ ਪੱਧਰ ਤੇ ਜਾ ਕੇ ਦੂਸਰੀ ਜਗ੍ਹਾ ਉਹਨੇ ਕੁਆਲਿਟੀ 'ਚ ਚੇਂਜ ਹੋਣਾ। ਇਸ ਗੁੜ ਦੀ ਪੱਤ ਦੀ ਅਗਰ ਤੁਸੀਂ ਮਿਸਾਲ ਲੈ ਲਓ, ਅਗਰ ਗੁੜ ਦੀ ਪੱਤ ਜਿਹੜੀ ਹੈ ਉਹਨੂੰ ਤੁਸੀਂ ਕਾਢਣਾ ਸ਼ੁਰੂ ਕਰਦੇ ਹੋ, ਹਰ ਮਿੰਟ ਬਾਅਦ ਉਹ ਚੇਂਜ ਹੋ ਰਹੀ ਹੁੰਦੀ ਹੈ। ਹਾਂਜੀ, ਮੈਡ ਲਾਉਂਦੇ ਰਹਿੰਦੇ ਨੇ ਤੇ ਉਹ ਚੇਂਜ ਹੁੰਦੀ ਰਹਿੰਦੀ ਹੈ। ਦਰਮਿਆਨ ਚੋਂ ਚੁੱਕ ਕੇ ਗੰਢ 'ਚ ਪਾ ਲੋਗੇ ਤੇ ਗੁੜ ਨਹੀਂ ਬਣੇਗਾ। ਅੱਛਾ, ਉਹਨੇ ਪੂਰੇ ਦਾ ਪੂਰਾ ਇੱਕ ਪ੍ਰੋਸੈਸ ਜਿਹੜਾ ਹੈ ਨਾ ਉਹਨੇ ਲੰਘਣਾ ਹੈ। ਕਿਉਂਕਿ ਇਹਨਾਂ ਦਾ ਇਹ ਦੋਨੋਂ ਪਾਸੇ ਐਗਰੇਰੀਅਨ ਸੁਸਾਇਟੀ ਸੀ, ਉਹ ਖਾਸ ਸਨਅਤੀ ਨਾ ਤੇ ਸਨਅਤੀ ਤਬਕੇ ਵਜੂਦ ਚਾਹੇ ਸਨ ਤੇ ਮੇਜਰ ਐਗਰੇਰੀਅਨ ਸੀ। ਤੇ ਦੋ ਪ੍ਰੋਸੈਸ ਚੱਲ ਰਹੇ ਸਨ। ਇੱਕ ਤੇ ਸਨਅਤਕਾਰੀ ਵੱਲ ਜਾ ਰਿਹਾ ਸੀਗਾ ਕਿ ਜਿਹੜਾ ਕਿ ਇੱਕ ਨੈਚੁਰਲ ਕੋਰਸ ਹੈ ਉਹਦੇ ਵੱਲ ਜਾ ਰਿਹਾ ਸੀਗਾ, ਲੇਕਿਨ ਇਹ ਉਸ ਤਬਕਿਆਂ ਦੀ ਉਸ ਤਬਦੀਲੀ ਦੇ ਵਿੱਚ ਇਹ ਤਬਦੀਲੀ ਇਨਕਲਾਬ ਲਿਆ ਕੇ ਤੇ ਉਹ ਰਿਜ਼ਲਟ ਲੈਣਾ ਚਾਹ ਰਹੇ ਸਨ ਜਿਹੜਾ ਕਿ
ਪੂਰੀ ਤਬਦੀਲ ਹੋ ਕੇ ਸਨਅਤੀ ਔਰ ਪ੍ਰੋਲੇਟੇਰੀਅਨ ਦੇ ਵਿੱਚ, ਤੇ ਉਹ ਆਉਣਾ ਚਾਹ ਰਹੇ ਸਨ। ਜਦੋਂ ਉਹ ਰਿਜ਼ਲਟਸ ਨਹੀਂ ਮਿਲ ਰਹੇ ਸਨ, ਉਹ ਜਵਾਬ ਨਹੀਂ ਆ ਰਹੇ ਸਨ, ਤੇ ਫਿਰ ਮਾਈਨਰ ਔਰ ਮੇਜਰ ਦੀ ਉਹਨਾਂ ਨੇ ਤਵੀਲਾਂ ਨੇ, ਮੇਰਾ ਖਿਆਲ ਹੈ ਕਿ ਸਾਨੂੰ ਕਿਸੇ ਹੋਰ ਤਰੀਕੇ ਨਾਲ ਕੋਈ ਹੋਰ ਤਰੀਕਾ ਵੀ ਦੇਖਣਾ ਚਾਹੀਦਾ ਇਹਦੇ ਤੇ ਫਾਰਮੂਲਾ ਲਾਗੂ ਕਰਕੇ। ਇਹਨੂੰ ਬਿਲਕੁਲ ਸਾਇੰਟੀਫਿਕਲੀ ਦੇਖਣ ਦੀ ਜ਼ਰੂਰਤ ਹੈ ਕਿ ਅਸੀਂ ਉਸ ਪ੍ਰੋਸੈਸ ਜਿਹੜਾ ਹੈ ਉਹਦੇ ਜਿਹੜੇ ਕਵਾਨੀਨ ਨੇ ਉਹ ਉਹਨਾਂ ਤੇ ਜਿਹੜੇ ਇਸ ਵੇਲੇ ਬੈਰੂਨੀ ਅਵਾਮਲ ਕੰਮ ਕਰ ਰਹੇ ਨੇ। ਮੈਂ ਮਿਸਾਲ ਆਮ ਤੌਰ ਤੇ ਦੇਣਾ ਉਹਨਾਂ ਕਿ ਮੁਰਗੀ ਦਾ ਅੰਡਾ ਜਿਹੜਾ ਉਹਦੀ ਜਗ੍ਹਾ ਪੱਥਰ ਰੱਖ ਦਿਓ ਤੇ ਬੱਚਾ ਨਹੀਂ ਨਿਕਲੇਗਾ। ਇਸੇ ਤਰੀਕੇ ਨਾਲ ਬਾਹਰੋਂ ਟੈਂਪਰੇਚਰ 36 ਡਿਗਰੀਜ਼ ਨਹੀਂ ਰਹੇਗਾ ਤੇ ਬੱਚਾ ਤਦ ਵੀ ਨਹੀਂ ਨਿਕਲੇਗਾ। ਦੋਨੋਂ ਚੀਜ਼ਾਂ ਜ਼ਰੂਰੀ ਨੇ, ਅੰਦਰੂਨੀ ਔਰ ਬੈਰੂਨੀ। ਇਸ ਕਰਕੇ ਜਿਹੜਾ ਨਾ ਜੀ ਬੈਰੂਨੀ ਅਵਾਮਲ ਨੂੰ ਵੀ ਅਹਿਮੀਅਤ ਦੇਣ ਦੀ ਜ਼ਰੂਰਤ ਹੈ ਕਿ ਜਿਹੜੀਆਂ ਫੋਰਸਿਸ ਸੁਸਾਇਟੀ ਤੇ ਬਾਹਰ ਕੰਮ ਕਰ ਰਹੀ ਹੈ ਔਰ ਉਹਨਾਂ ਦੀ ਹਈਅਤ ਚੇਂਜ ਹੋ ਗਈ ਹੈ ਇਸ ਵੇਲੇ, ਪੈਦਾਵਾਰੀ ਰਿਸ਼ਤੇ ਤਬਦੀਲ ਹੋਣ ਨਾਲ ਹਈਅਤ ਚੇਂਜ ਹੋ ਗਈ ਹੈ, ਉਹਨਾਂ ਨੂੰ ਵੀ ਦੇਖਣ ਦੀ ਜ਼ਰੂਰਤ ਹੈ। ਮੇਰਾ ਖਿਆਲ ਹੈ ਇਹਨੂੰ ਡਿਫਰੈਂਟ ਤਰੀਕੇ ਨਾਲ ਦੁਬਾਰਾ ਉਸੇ ਅਸੂਲਾਂ ਦੇ ਤਹਿਤ ਜਿਹੜੇ ਮਾਰਕਸ ਔਰ ਐਂਗਲਸ ਨੇ ਇਸ ਦੇ ਬਾਰੇ 'ਚ ਲਿਖਿਆ ਹੈ, ਜਿਨ੍ਹਾਂ ਦੇ ਬਾਰੇ 'ਚ ਉਹਦੇ ਹਿਸਾਬ ਨਾਲ ਦੇਖਣ ਦੀ ਜ਼ਰੂਰਤ ਹੈ ਦੁਬਾਰਾ। ਸ਼ਾਇਦ ਲੈਨਨ ਔਰ ਮੌਜ਼ੇ ਤੁੰਗ ਦੇ ਅਫਕਾਰ ਨੂੰ ਸਾਈਡ ਤੇ ਰੱਖ ਕੇ ਫਿਲਹਾਲ ਅਨਲਰਨ ਕਰਕੇ ਥੋੜੀ ਦੇਰ ਵਾਸਤੇ ਦੁਬਾਰਾ ਕੱਢਣ ਦੀ ਜ਼ਰੂਰਤ ਹੈ। ਮੇਰੇ ਨੁਕਤੇ ਇਹ ਮੈਂ ਤੁਹਾਡੀ ਇਸ ਗੱਲ ਨੂੰ ਬਿਲਕੁਲ ਤਸਲੀਮ ਕਰਦਾ, ਕਿਉਂਕਿ ਦੇਖੋ ਜੀ ਇਸ ਜਿਹੜੀ ਮਾਰਕਸ ਔਰ ਐਂਗਲਸ ਦੋਵੇਂ ਨੇ ਜਿਹੜੇ ਬੇਸਿਕਲੀ ਜਿਹੜੀ ਉਹਨਾਂ ਦੀ ਇਨਪੁਟ ਆ ਰਹੀ ਸੀਗੀ ਮੇਜਰ ਇਨਪੁਟ, ਉਹ ਤੇ ਡਿਸਕਵਰੀ ਸਨ ਦੂਸਰੀ ਸਾਇੰਸਿਸ ਦੇ ਵਿੱਚ, ਜਿਨ੍ਹਾਂ ਤੋਂ ਉਹਨਾਂ ਦੀ ਇਨਪੁਟ ਆ ਰਹੀ ਸੀਗੀ। ਮਤਲਬ ਉਹਨਾਂ ਸਾਇੰਸਿਸ ਦੇ ਵਿੱਚ ਨੇਚਰ ਦੇ ਵਿੱਚ ਫਿਨੋਮੀਨੇ ਨੂੰ ਕਿਵੇਂ ਤਬਦੀਲ ਕੀਤਾ ਜਾ ਰਿਹਾ ਹੈ, ਔਰ ਉਹ ਜਿਹੜੀਆਂ ਸਾਇੰਸਿਸ ਦੇ ਵਿੱਚ ਫਿਨੋਮੀਨੇ ਨੂੰ ਜਿਵੇਂ ਐਕਸਪਲੇਨ ਕੀਤਾ ਜਾ ਰਿਹਾ, ਤੇ ਉਸ ਨੂੰ ਲੈ ਕੇ ਉਹ ਸੁਸਾਇਟੀ ਦੇ ਉੱਤੇ ਉਹਨਾਂ ਅਸੂਲਾਂ ਨੂੰ ਲੈ ਕੇ ਸੁਸਾਇਟੀ ਨੂੰ ਸਮਝਣ ਦੀ ਕੋਸ਼ਿਸ਼ ਸੀਗੀ। ਠੀਕ, ਮਤਲਬ ਇਹ ਹੈ ਕਿ ਮਿਸਾਲ ਦੇ ਤੌਰ ਤੇ ਪਹਿਲੇ ਵੀ ਇਹ ਕਿਹਾ ਸੀ ਕਿ ਬਈ ਮਾਰਕਸ ਦੇ ਵੇਲੇ ਤੱਕ ਤੇ ਅਜੇ ਡਾਰਵਨ ਦੀ ਥਿਊਰੀ ਵੀ ਨਹੀਂ ਸੀ ਆਈ। ਮਤਲਬ ਡਾਰਵਨ ਦੀ ਥਿਊਰੀ 1859 ਵਿੱਚ ਜਾ ਕੇ ਕਿਤੇ ਛਪੀ ਹੈ, ਤੇ ਮਾਰਕਸ ਦੇ 1840s ਤੋਂ ਲਿਖ ਰਿਹਾ ਸੀਗਾ। ਤੇ ਬਲਕਿ ਸਿਰਫ ਉਹਨਾਂ ਨੂੰ ਲੱਗਾ ਕਿ ਇਹ ਜਿਹੜੀ ਜਿਹੜੀ ਡਾਰਵਨ ਦੀ ਥਿਊਰੀ ਹੈ, ਇਹਨੇ ਸਾਡੀ ਗੱਲ ਨੂੰ, ਜਿਹੜੀ ਸਾਡੀ ਫਿਲੋਸੋਫੀਕਲ ਜਿਹੜੀ ਪ੍ਰੋਪੋਜੀਸ਼ਨ ਸਨ, ਉਹਨਾਂ ਨੂੰ ਕਨਫਰਮ ਕਰ ਦਿੱਤਾ ਹੈ। ਤੇ ਬੇਸਿਕਲੀ ਤੇ ਜਿਹੜੀ ਫਿਲੋਸੋਫੀਕਲ ਪ੍ਰੋਪੋਜੀਸ਼ਨ ਸਨ ਉਹ ਤੇ ਇਹ ਗਲਤੀਆਂ ਹੀ ਸਨ, ਤੇ ਜਿਨ੍ਹਾਂ ਦੇ ਥਰੂ ਜਿਹੜਾ ਹੈ ਉਹ ਮੈਟਰ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਹੁਣ ਮਸਲਾ ਇਹ ਹੈ ਕਿ ਪਿਛਲੇ ਇੱਕ ਸਦੀ ਦੇ ਵਿੱਚ ਜਿਹੜੀਆਂ ਨੈਚੁਰਲ ਸਾਇੰਸਿਸ ਨੇ, ਉਹਨਾਂ ਦੇ ਵਿੱਚ ਤੇ ਜਿਹੜੀ ਸਮਝਣ ਦੀ ਮੈਥਡੋਲੋਜੀ ਹੈ ਉਹ ਬਿਲਕੁਲ ਬਹੁਤ ਤਬਦੀਲ ਹੋ ਚੁੱਕੀ ਹੈ, ਬਹੁਤ ਅੱਗੇ ਜਾ ਚੁੱਕੀ ਹੈ। ਠੀਕ, ਹੁਣ ਉਹਨਾਂ ਸਾਇੰਸਿਸ ਦੇ ਵਿੱਚ ਜਿਹੜੀ ਮੈਥਡੋਲੋਜੀ ਡਿਵੈਲਪ ਹੋਈ ਹੈ ਵੀਜ਼ਾ ਵੀ 18th ਸੈਂਚੁਰੀ ਜਾਂ 17th ਸੈਂਚੁਰੀ ਜਾਂ 19th ਸੈਂਚੁਰੀ ਜਾਂ ਈਵਨ 20th ਸੈਂਚੁਰੀ ਦੇ ਵੀ ਅਖੀਰ ਤੋਂ ਜਾ ਕੇ ਲਾਓ ਤੁਸੀਂ, ਤੇ ਫਿਰ ਅਸੀਂ ਜਿਹੜਾ ਹੈ ਇਹਨਾਂ ਸਾਇੰਸਿਸ ਦੀ ਕਾਢ ਦੀ ਜਿਹੜੀ ਟੈਕਨੋਲੋਜੀ ਹੈ ਉਹਨੂੰ ਜੇ ਨਾ ਸਮਝ ਸਕੀਏ ਤੇ ਅਸੀਂ ਜਿਹੜੇ ਉਹ ਕਾਨਸੈਪਟ ਕੰਟਰਾਡਿਕਸ਼ਨ ਦਾ ਜਿਵੇਂ ਉਹ ਯੂਜ਼ ਕਰ ਰਹੇ ਸਨ ਉਸ ਵੇਲੇ ਦੀਆਂ ਗਿਵਨ ਸਾਇੰਸਿਸ ਦੇ ਤਹਿਤ, ਉਹ ਅਸੀਂ ਇੰਟਰਪ੍ਰੈਟ ਨਹੀਂ ਕਰ ਸਕਦੇ ਮੇਰੇ ਖਿਆਲ 'ਚ। ਮਿਸਾਲ ਦੇ ਤੌਰ ਤੇ ਜੈਨੇਟਿਕਸ ਦੀ ਥਿਊਰੀ ਹੈ,
ਜੀਨਸ ਦੀ ਥਿਊਰੀ ਹੈ। ਜੀਨਸ ਦੀ ਥਿਊਰੀ ਦਾ ਜਿਹੜਾ ਜੀਨਸ ਦੀ ਥਿਊਰੀ ਕਿਵੇਂ ਬਣੀ ਹੈ, ਨੰਬਰ 1। ਨੰਬਰ 2, ਕਿਆ ਜੀਨ ਦੀ ਥਿਊਰੀ ਦੇ ਨਾਲ ਜਿਹੜੀ ਸੋਸ਼ਲ ਕੰਟਰਾਡਿਕਸ਼ਨਸ ਨੇ ਉਹਨਾਂ ਨੂੰ ਸਮਝਣ 'ਚ ਕੋਈ ਫਰਕ ਪਿਆ ਜਾਂ ਨਹੀਂ ਪਿਆ। ਮਿਸਾਲ ਦੇ ਤੌਰ ਤੇ ਅਗਰ ਜੈਨੇਟਿਕਸ ਮੇਜਰ ਰੋਲ ਪਲੇ, ਮੰਨ ਲਈਏ ਕਿ ਜੈਨੇਟਿਕਸ ਮੇਜਰ ਰੋਲ ਪਲੇ ਕਰਦੇ ਨੇ, ਠੀਕ, ਤੇ ਫਿਰ ਜਿਹੜੇ ਬੰਦੇ ਦੇ ਅਮਲ ਨੇ, ਜਿਹੜੀ ਬੰਦੇ ਦੀ ਪਰਸਨੈਲਿਟੀ ਹੈ, ਗਰੁੱਪਾਂ ਦੀ ਪਰਸਨੈਲਿਟੀ ਹੈ, ਕਿਆ ਉਹ ਜੈਨੇਟਿਕਲੀ ਤੈਅ ਹੋ ਰਹੀ ਹੈ? ਔਰ ਅਗਰ ਜੈਨੇਟਿਕਲੀ ਤੈਅ ਨਹੀਂ ਹੋ ਰਹੀ ਤੇ ਫਿਰ ਜੈਨੇਟਿਕਸ ਦਾ ਉਹਦੇ ਵਿੱਚ ਪਾਰਟ ਕੀ ਹੈ, ਕੀ ਹਿੱਸਾ ਉਹਦਾ? ਇਸੇ ਤਰੀਕੇ ਦੇ ਨਾਲ ਨਿਊਰੋਲੋਜੀ ਹੈ, ਇਸੇ ਤਰੀਕੇ ਦੇ ਨਾਲ ਦੂਜੀਆਂ ਸਾਇੰਸਸ ਨੇ ਹਿਊਮਨ ਦੇ ਨਾਲ ਡੀਲ ਕਰਨ ਵਾਲੀਆਂ, ਜਿਨ੍ਹਾਂ ਦੇ ਨਵੀਆਂ ਕਾਢਾਂ ਜਿਹੜੀਆਂ ਨੇ ਤੁਹਾਡੇ ਸਾਹਮਣੇ ਆ ਰਹੀਆਂ ਨੇ, ਆਈਆਂ ਨੇ, ਉਹਨਾਂ ਦੇ ਵਿੱਚ ਜੋ ਕੁਝ ਵੀ ਉਹ ਜਿਸ ਤਰ੍ਹਾਂ ਵੀ ਕਾਢਾਂ ਹੋਈਆਂ ਨੇ, ਉਹ ਮੈਥਡ ਔਰ ਨਾਲ ਫਿਰ ਜਿਹੜੇ ਉਹਨਾਂ ਦੇ ਨਤੀਜੇ ਨੇ ਉਹਨਾਂ ਨੂੰ ਸਮਝੇ ਬਗੈਰ ਕਿਆ ਅਸੀਂ ਇਹ ਜਿਹੜੀ ਗੱਲ ਕਰ ਰਹੇ ਹਾਂ ਕੰਟਰਾਡਿਕਸ਼ਨ ਦੇ ਰੂਲ ਦੀ ਜਾਂ ਕੰਟਰਾਡਿਕਸ਼ਨ ਦੀ ਕੈਰੈਕਟਰਿਸਟਿਕਸ ਦੀ, ਕਿਆ ਅਸੀਂ ਇਹ ਸਮਝ ਸਕਨੇ ਹਾਂ? सर एक दो तीन पॉइंट रखने चाहना ਸੀ इसमें ਕਿ ਇੱਕ ਤਾਂ ਜਿਵੇਂ ਕਿਸੇ ਚੀਜ਼ ਨੂੰ ਥਿਓਰਾਈਜ਼ ਕਰਦੇ ਹਾਂ, ਜਦੋਂ ਅਸੀਂ ਥਿਊਰੀ ਹੈ ਜਿਹੜੀ ਉਹ ਬੇਸਿਕਲੀ ਕੰਡੈਂਸੇਸ਼ਨ ਆਫ ਪ੍ਰੈਕਟਿਸ ਹੀ ਹੁੰਦੀ ਹੈ, ਇੱਕ ਸੈਂਸ ਆਫ ਪ੍ਰੈਕਟਿਸ ਹੁੰਦਾ ਨਾ ਵੀ, ਔਰ ਜਿਹੜੀ ਪ੍ਰੈਕਟਿਸ ਉਹ ਮਤਲਬ ਕਿ ਕਿਸੇ ਥਿਊਰੀ ਦੇ ਵਿੱਚ ਜਿਹੜੇ ਵਿਗਿਆਨਿਕ ਤਜਰਬੇ ਐਕਸਪੈਰੀਮੈਂਟਸ ਹੈਗੇ ਆ, ਸਾਇੰਟੀਫਿਕ ਐਕਸਪੈਰੀਮੈਂਟਸ ਆ, ਉਹਦੀ ਕੋਈ ਜਗ੍ਹਾ ਨਹੀਂ। ਮਤਲਬ ਜੇ ਆਪਾਂ ਸਾਰਾ ਇਹ ਤੇ ਡਿਪੈਂਡ ਕਰੀਏ ਕਿ ਜੋ ਆਲਰੇਡੀ ਹੋ ਚੁੱਕਾ ਆਪਾਂ ਉਹਨੂੰ ਥਿਓਰਾਈਜ਼ ਕਰੀਏ। ਹੁਣ ਮਾਓ ਦਾ ਜਿਹੜਾ ਇਹ ਪ੍ਰਿੰਸੀਪਲ ਹੈ, ਪ੍ਰਿੰਸੀਪਲ ਆਫ ਕੰਟਰਡਿਕਸ਼ਨ, ਮੈਂ ਪਰਸਨਲੀ ਇਹਨੂੰ ਪਾਵਰਫੁਲ ਮੰਨਦਾ, ਕਿਉਂਕਿ ਆਪਾਂ ਪਰਸਨਲ ਜ਼ਿੰਦਗੀ 'ਚ ਵੀ ਅਪਲਾਈ ਕਰੀਏ ਵੀ ਹਜ਼ਾਰਾਂ ਪ੍ਰੋਬਲਮਸ ਆ, ਸਾਰੀਆਂ ਪ੍ਰੋਬਲਮਸ ਨੂੰ ਆਪਾਂ ਇੱਕੋ ਸਾਥ ਐਡਰੈਸ ਨਹੀਂ ਕਰ ਸਕਦੇ, ਆਪਾਂ ਉਹਨਾਂ ਨੂੰ ਪ੍ਰਾਇੋਰਟਾਈਜ਼ ਕਰਦੇ ਹਾਂ। ਉਹਨਾਂ 'ਚੋਂ ਕੁਝ ਕੰਟਰਡਿਕਸ਼ਨਸ ਆਪਣੀਆਂ ਪ੍ਰਾਇਮਰੀ ਹੁੰਦੀਆਂ, ਉਹਨਾਂ ਨੂੰ ਆਪਾਂ ਪਹਿਲਾਂ ਲੈਂਦੇ ਹਾਂ, ਉਹਨੂੰ ਉਸ ਤੋਂ ਬਾਅਦ ਸੈਕੰਡਰੀ ਹੁੰਦੀਆਂ, ਉਹਨੂੰ ਬਾਅਦ 'ਚ ਲੈਂਦੇ ਹਾਂ, ਤੇ ਉਹ ਪ੍ਰਾਇਮਰੀ ਸੈਕੰਡਰੀ 'ਚ ਬਦਲ ਜਾਂਦੀ ਹੈ। ਇਸ ਐਗਜ਼ਾਮਪਲ ਨੂੰ ਆਪਾਂ ਡੇਲੀ ਲਾਈਫ 'ਚ ਆਰਾਮ ਨਾਲ ਦੇਖ ਸਕਦੇ ਹਾਂ। ਤੇ ਜਿਹੜੀ ਇੱਕ ਮਾਓ ਦੀ ਮੇਜਰ ਕੰਟਰੀਬਿਊਸ਼ਨ ਸੀ ਉਹੀ ਸੀ ਕਿ ਉਹ ਬਹੁਤ ਜਿਹੜੀ ਗੂੜ ਗੜਚ ਵਾਲੀ ਸਾਇੰਸ ਆ ਉਹਨੂੰ ਨਾਰਮਲ ਲੈਂਗੁਏਜ 'ਚ ਲੈ ਕੇ ਆਇਆ, ਮਤਲਬ ਨਾਰਮਲ ਲੈਂਗੁਏਜ ਉਹਨੇ ਲੋਕਾਂ ਨੂੰ ਦਿੱਤੀ। ਤੇ ਮਤਲਬ ਹੋਰ ਇਸ ਤੋਂ ਵੀ ਅੱਗੇ ਵੱਧ ਕੇ ਜੇ ਮੈਂ ਕਹਾਂ ਵੀ ਜੇ ਮਤਲਬ ਥਿਊਰੀ ਕਿਸੇ ਦੀ, ਕੋਈ ਬੰਦਾ ਕੋਈ ਵਿਚਾਰ ਰੱਖਦਾ, ਕੋਈ ਆਈਡੀਓਲੋਜੀ ਰੱਖਦਾ, ਤੇ ਉਹ ਜਾਂ ਤਾਂ ਇੱਕ ਪ੍ਰੋਡਕਸ਼ਨ ਪ੍ਰੋਸੈਸ ਚੋਂ ਨਿਕਲਦੀ ਹੈ, ਤੇ ਜਾਂ ਕਲਾਸ ਸਟਰਗਲ ਚੋਂ ਨਿਕਲਦੀ ਹੈ, ਤੇ ਜਾਂ ਸਾਇੰਟੀਫਿਕ ਐਕਸਪੈਰੀਮੈਂਟ ਚੋਂ ਨਿਕਲਦੀ ਹੈ। ਤੇ ਮਾਓ ਨੇ ਇਹਨਾਂ ਤਿੰਨਾਂ ਚੀਜ਼ਾਂ ਨੂੰ ਯੂਟਿਲਾਈਜ਼ ਕੀਤਾ। ਉਹਨਾਂ ਨੇ ਉਸ ਟਾਈਮ ਦੀਆਂ ਜਿਹੜੀਆਂ ਜੋ ਹੁਣ ਇੱਕ ਮੇਜਰ ਐਕਸਪੈਰੀਮੈਂਟ ਸੀ ਸੋਸ਼ਲਿਜ਼ਮ ਦਾ ਉਸ ਟਾਈਮ ਤੇ, ਉਸ ਐਕਸਪੈਰੀਮੈਂਟ ਦੇ ਵਿੱਚੋਂ ਜੋ ਐਕਸਟ੍ਰੈਕਟ ਕੱਢ ਕੇ ਥਿਊਰੀਜ਼ ਦਿੱਤੀਆਂ ਗਈਆਂ, ਮੇਰੇ ਖਿਆਲ 'ਚ ਉਹ ਲੇਟੈਸਟ ਥਿਊਰੀ ਹੋ ਸਕਦੀਆਂ। ਆਪਾਂ ਇਹ ਕਹਿਣਾ ਥੋੜਾ ਗਲਤ ਹੋਊਗਾ ਕਿ ਉਹ ਵਿਗਿਆਨਿਕ ਨਹੀਂ ਸੀਗੀਆਂ। ਕੀ ਖਿਆਲ ਹੈ ਇਹਦੇ ਤੇ? ਨਹੀਂ, ਮੈਂ ਤੁਹਾਡੇ ਨਾਲ ਐਗਰੀ ਨਹੀਂ ਕਰਦਾ। ਉਹਦੀ ਵਜ੍ਹਾ ਇਹ ਹੈ ਕਿ ਜਦੋਂ ਮੌਜ਼ੇ ਤੋਂ ਕੰਟਰਾਡਿਕਸ਼ਨ ਦੇ ਇੱਕ ਖਾਸ ਮਾਇਨੇ ਦਿੰਦਾ ਹੈ, ਤੇ ਉਹ ਮਾਇਨੇ ਜਿਹੜੇ ਨੇ ਉਹ ਸੁਸਾਇਟੀ ਨੂੰ ਐਨਾਲਾਈਜ਼ ਕਰਨ ਲਈ ਉਹ ਵਾਈਡਲੀ ਯੂਜ਼ ਹੋਣਾ ਸ਼ੁਰੂ ਹੋ ਜਾਂਦੇ ਨੇ। ਅੱਛਾ, ਹੁਣ ਉਹ ਜਦੋਂ ਸ਼ੁਰੂ ਹੁੰਦੇ ਨੇ ਤੇ ਫਿਰ ਉਹਦਾ ਵੈਰੀਫਿਕੇਸ਼ਨ ਕੀ ਹੈ, ਮਤਲਬ ਟੈਸਟ ਕੀ ਹੈ ਉਹਨਾਂ ਦਾ? ਦੇਖੋ ਨਾ, ਕੋਈ ਵੀ ਜਿਹੜੀ ਤੁਸੀਂ ਕਹਿੰਦੇ ਹੋ ਕਿ ਜੀ ਸਾਇੰਸ ਦੇ ਵਿੱਚ ਤੇ ਹੈ ਨਾ ਕਿ ਜੇ ਤੁਸੀਂ ਇੱਕ ਗੱਲ ਕਹੀ ਹੈ, ਇੱਕ ਤੁਸੀਂ ਐਕਸਪੈਰੀਮੈਂਟ ਕੀਤਾ, ਉਹ ਤਹਿਤ ਇੱਕ ਪ੍ਰਿੰਸੀਪਲ ਜਾਂ ਇੱਕ ਲਾ ਬਣਾ ਲਿਆ ਹੈ, ਤੇ ਉਹ ਲਾ ਨੇ ਟੈਸਟ ਹੋਣਾ। ਔਰ ਅਗਰ ਉਹ ਵੈਰੀਫਾਈ ਨਹੀਂ ਹੁੰਦਾ ਜਾਂ ਨਲੀਫਾਈ ਨਹੀਂ ਹੁੰਦਾ ਦੋਵਾਂ ਸੂਰਤਾਂ ਦੇ ਵਿੱਚ ਹੀ, ਤੇ ਫਿਰ ਉਹਦੀ ਜਿਹੜੀ ਹੈ ਹਸੀਅਤ ਕਾਇਮ ਰਹੇਗੀ। ਹੁਣ ਇਸੇ ਤਰੀਕੇ ਦੇ ਨਾਲ ਅਗਰ ਮੌਜ਼ੇ ਤੁੰਗ ਦੀ ਜਿਹੜੀ ਕੰਟਰਾਡਿਕਸ਼ਨਸ ਦੀ ਜਿਹੜੀ ਹੈ ਐਕਸਪਲੇਨੇਸ਼ਨ ਔਰ ਐਲੈਬੋਰੇਸ਼ਨ,
क्या वो ਵੈਲੀਡੇਟ ਹੋਈ ਹੈ ਜਾਂ ਨਹੀਂ ਹੋਈ। ਲੱਗਦਾ ਤਾਂ ਮੈਨੂੰ ਇਹ ਹੈਗਾ ਕਿ ਜਿਹੜੀ ਉਹਦੇ ਤਹਿਤ ਜਿਸ ਤਰ੍ਹਾਂ ਦੀ ਇੰਟਰਪ੍ਰੀਟੇਸ਼ਨ ਕੀਤੀਆਂ ਗਈਆਂ ਸੁਸਾਇਟੀਜ਼ ਦੀਆਂ ਉਹ ਬਿਲਕੁਲ ਕਾਊਂਟਰ ਪ੍ਰੋਡਕਟਿਵ ਹੋਈਆਂ ਨੇ ਔਰ ਉਹਨਾਂ ਦੇ ਤਹਿਤ ਕੋਈ ਉਹਦੀ ਵੈਰੀਫਿਕੇਸ਼ਨ ਨਹੀਂ ਹੋ ਸਕੀ। ਮਿਸਾਲ ਦੇ ਤੌਰ ਦੇ ਉੱਤੇ ਅਗਰ ਉਹ ਸਾਰੇ ਕਹਿੰਦੇ ਸਨ ਕਿ ਜੀ ਜਿਹੜਾ ਇੰਪੀਰੀਅਲਿਜ਼ਮ ਹੈ ਉਹ ਸਾਡੀ ਮੇਜਰ ਕੰਟਰਾਡਿਕਸ਼ਨ ਹੈ ਤੇ ਕਿਆ ਜਿਹੜੀ ਇੰਪੀਰੀਅਲਿਜ਼ਮ ਹੈ ਕਿਆ ਉਹ ਮੇਜਰ ਕੰਟਰਾਡਿਕਸ਼ਨ ਸਾਬਤ ਹੋਈ ਹੈ ਤਾਰੀਖ ਦੇ ਵਿੱਚ ਜਾਂ ਹੋਰ ਪ੍ਰੋਸੈਸ ਚੱਲਣੇ ਸ਼ੁਰੂ ਹੋ ਗਏ ਨੇ। ਮਤਲਬ ਚੀਨ ਜਿਹੜਾ ਹੈ ਉਹ ਆਪਣੀ ਜਿਹੜੀ ਇੰਟਰਨਲ ਜਿਹੜੀ ਐਵੋਲੂਸ਼ਨ ਹੈ ਉਹਦੇ ਹਿਸਾਬ ਦੇ ਨਾਲ ਉਹ ਵੱਡੀ ਤਾਕਤ ਬਣ ਗਿਆ ਹੈ, ਠੀਕ। ਤੇ ਉਹਨੇ ਕੋਈ ਇੰਪੀਰੀਅਲਿਜ਼ਮ ਨੂੰ ਫਤਹ ਤਾਂ ਨਹੀਂ ਕਰ ਲਿਆ, ਉਹਦੀ ਸ਼ਕਲ ਦੇ ਨਾਲ ਤੇ ਇੰਪੀਰੀਅਲਿਜ਼ਮ ਨਹੀਂ ਨਾ ਮੁੱਕ ਰਿਹਾ। ਤੇ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਇਹਦੀ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਨਾ, ਜਿਹੜੀ ਇਹ ਇੱਕ ਹੋਰ ਬਹੁਤ ਵੱਡਾ ਜਿਹੜਾ ਮੇਰੇ ਖਿਆਲ 'ਚ ਮਨਦੀਪ ਜੀ ਇੱਕ ਡਿਫੈਕਟਿਵ ਮੈਥਡ ਹੈ, ਉਹ ਇਹ ਹੈਗਾ ਕਿ ਅਸੀਂ ਇੰਡੀਵਿਜੂਅਲ ਮਿਸਾਲਾਂ ਤੋਂ ਜਨਰਲਾਈਜ਼ ਕਰੀਏ। ਇੰਡੀਵਿਜੂਅਲ ਮਿਸਾਲਾਂ ਤੋਂ ਮੁਰਾਦ ਇਹ ਹੈ ਕਿ ਕਿਉਂਕਿ ਅਸੀਂ ਜ਼ਿੰਦਗੀ ਦੇ ਵਿੱਚ ਇਵੇਂ ਕਰਨੇ ਆ, ਇਸ ਲਈ ਸਾਇੰਸੀ ਤੌਰ ਤੇ ਵੀ ਜੀ ਇਹੋ ਹੀ ਗੱਲ ਹੋਣੀ ਹੈ ਕਿ ਕਿਉਂਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਪ੍ਰਾਇੋਰਟਾਈਜ਼ ਕਰਨੇ ਆ ਚੀਜ਼ਾਂ ਨੂੰ, ਤੇ ਇਸੇ ਤਰ੍ਹਾਂ ਜਿਹੜੀ ਨੇਚਰ ਹੈ ਉਹ ਵੀ ਸਾਡੇ ਤਰ੍ਹਾਂ ਹੀ ਪ੍ਰਾਇੋਰਟਾਈਜ਼ ਕਰਦੀ ਹੈ। ਇਹ ਇੱਥੋਂ ਜੰਪ ਕਰਕੇ ਨੇਚਰ ਤੇ ਜਾਣਾ ਆਪਣੇ ਆਪ ਤੋਂ, ਇਹ ਮੈਨੂੰ ਲੱਗਦਾ ਕਿ ਇਹ ਅਨਜਸਟੀਫਾਈਡ ਜੰਪ ਹੈਗਾ ਔਰ ਇਹ ਅਸੀਂ ਬਹੁਤ ਕਰਨੇ ਆ। ਮਤਲਬ ਖਾਸ ਤੌਰ ਦੇ ਉੱਤੇ ਅਸੀਂ ਉਹਨੂੰ ਫਾਰਮੂਲਾ ਬਣਾ ਲੈਣਾ, ਦੇਖੋ ਜੀ ਇਸ ਤਰ੍ਹਾਂ ਹੋ ਰਿਹਾ ਤੇ ਫਿਰ ਇਸ ਤਰ੍ਹਾਂ ਤੇ ਹੋਏਗਾ ਹੀ ਨਾ ਜੀ। ਫਿਰ ਉਹ ਕਹਿੰਦੇ ਹਾਥੀ ਦੇ ਪੈਰ 'ਚ ਸਭ ਦੇ ਪੈਰ ਆ ਜਾਂਦੇ, ਹਾਥੀ ਦੇ ਪੈਰ ਇਸ ਕਰਕੇ ਹੁਣ ਤੁਸੀਂ ਮਿਸਾਲ ਦੇ ਤੌਰ ਤੇ ਉਹੀ ਲੈ ਲਓ ਸਰ। ਜਿਹੜਾ ਲਾਅ ਜੀ ਮੈਂ ਕਹਿ ਰਿਹਾ ਸੀ, ਜਦੋਂ ਲਾਅ ਬਣਦਾ ਉਹ ਤਾਂ ਵੈਰੀਫਿਕੇਸ਼ਨ ਹੋਣ ਤੋਂ ਬਾਅਦ ਬਣਦਾ ਨਾ, ਮਤਲਬ ਪ੍ਰੈਕਟਿਸ ਜਦੋਂ ਵੈਲੀਡੇਟ ਹੋ ਜਾਂਦੀ ਹੈ ਉਸ ਤੋਂ ਬਾਅਦ ਫਿਰ ਲਾਅ ਬਣਦਾ, ਉਸ ਤੋਂ ਪਹਿਲਾਂ ਤਾਂ ਹਾਈਪੋਥੇਸਿਸ ਹੁੰਦਾ ਨਾ। ਠੀਕ ਹੈ, ਤੁਸੀਂ ਉਹਨੂੰ ਮਤਲਬ ਹਾਈਪੋਥੇਸਿਸ ਨੂੰ ਹਾਈਪੋਥੇਸਿਸ ਜਿਹੜਾ ਹੈ ਉਹਨੂੰ ਹਾਈਪੋਥੇਸਿਸ ਸਟੇਜ ਤੋਂ ਬਾਅਦ ਉਹ ਫਰਜ਼ ਕਰੋ ਉਹਦਾ ਇੱਕ ਨਤੀਜਾ ਨਿਕਲ ਆਇਆ ਐਕਸਪੈਰੀਮੈਂਟ ਦੇ ਜ਼ਰੀਏ ਤੇ ਉਹ ਟੈਂਟੇਟਿਵ ਲਾ ਬਣ ਗਿਆ। ਅੱਛਾ, ਹੁਣ ਤੁਸੀਂ ਉਹਨੂੰ ਇੰਜ ਕਹਿ ਲਓ ਕਿ ਹਾਈਪੋਥੇਸਿਸ ਰਿਜੈਕਟ ਹੋ ਗਿਆ, ਵੈਰੀਫਾਈ ਹੋ ਗਿਆ, ਜਾਂ ਹਾਈਪੋਥੇਸਿਸ ਜਿਹੜਾ ਉਹ ਆਪਣਾ ਨਲੀਫਾਈ ਹੋ ਗਿਆ, ਇੰਜ ਕਹਿ ਲਓ ਤੁਸੀਂ। ਲੇਕਿਨ ਗੱਲ ਤੇ ਉਹੀ ਹੈ ਕਿ ਆਖਿਰ ਅਗਰ ਮੌਜ਼ੇ ਤੋਂ ਇਹ ਤਾਂ ਤੁਹਾਡੀ ਇਸੇ ਮਿਸਾਲ ਨੇ ਅੱਗੇ ਲੈ ਕੇ ਚੱਲਣੀ। ਮੌਜ਼ੇ ਤੋਂ ਨੇ ਕੇਸ ਤਜਰਬੇ ਦੀ ਬੁਨਿਆਦ ਦੇ ਉੱਤੇ ਮੇਜਰ ਤੇ ਮਾਈਨਰ ਕੱਢੇ ਸਨ। ਉਸ ਤੋਂ ਪਹਿਲਾਂ ਬਿਫੋਰ ਯਾਨੀ ਚਾਈਨੀਜ਼ ਰੈਵੋਲੂਸ਼ਨ ਤੋਂ ਪਹਿਲਾਂ ਜਿਹੜੇ ਯੂਨੀਵਰਸਲੀ ਜਿਹੜੇ ਨੇ ਉਹ ਐਪਲੀਕੇਬਲ ਹੋਣ, ਕਿਹੜੇ ਕੀ ਡੇਟਾ ਸੀ ਮੌਜੂਦ ਤੁਹਾਡੇ ਕੋਲ? ਉਹਨੂੰ ਸਰ ਇੱਕ ਪੋਲੀਟੀਕਲ ਕੰਟੈਕਸਟ 'ਚ ਰੱਖ ਕੇ ਦੇਖਣਾ ਪਊਗਾ ਨਾ, ਕਿਉਂਕਿ ਉਦੋਂ ਜਿਹੜਾ ਮੇਨ ਸਵਾਲ ਸੀ ਉਹ ਰਾਜਸੱਤਾ ਦਾ ਸਵਾਲ ਹੈ ਨਾ, ਕਮਿਊਨਿਸਟਲੀ ਮਤਲਬ ਮੇਜਰ ਇੱਕ ਕੰਟਰੋਲ ਦਾ ਸਵਾਲ ਸੀ ਮਾਹੌਲੀ। ਨਹੀਂ ਫਿਰ ਆਪਾਂ ਸਾਇੰਸ ਦੀ ਗੱਲ ਥੋੜੀ ਨਹੀਂ ਤੁਸੀਂ ਕਨਫਿਊਜ਼ ਕਰਦੇ ਹੋ ਪ੍ਰੋਸੈਸਸ ਨੂੰ। ਮਨਦੀਪ ਜੀ ਤੁਸੀਂ ਇਹਨੂੰ ਮਤਲਬ ਜਿਹੜੀ ਪ੍ਰੈਕਟਿਸ ਹੋ ਰਹੀ ਹੈ ਇੱਕ ਚੀਜ਼ ਇੱਕ ਵੇਲੇ ਦੇ ਉੱਤੇ, ਉਹਨੂੰ ਦੇਖ ਕੇ ਤੇ ਤੁਸੀਂ ਨਹੀਂ ਨਾ ਕਰ ਸਕਦੇ। ਮਤਲਬ ਉਹ ਜ਼ਰੂਰੀ ਨਹੀਂ ਹੈ ਕਿ ਜਿਵੇਂ ਤੁਹਾਨੂੰ ਦਿਸ ਰਹੀ ਹੈ ਉਂਝ ਹੀ ਹੋਵੇ ਉਹ। ਨਾਲੇ ਸਾਇੰਟੀਫਿਕਲੀ ਜਦੋਂ ਤੁਸੀਂ ਦੇਖ ਰਹੇ ਹੋ ਨਾ ਜੀ, ਸਾਇੰਸ ਦਾ ਵੀ ਇੱਕ ਅਸੂਲ ਹੈ
ਕਿ ਹਰ ਇੱਕ ਹਾਈਪੋਥੈਸਿਸ ਜਾਂ ਇੱਕ ਥਿਊਰੀ ਆਉਂਦੀ ਹੈ, ਉਹ ਜਦੋਂ ਹਰ ਥਿਊਰੀ ਟੈਸਟ ਕੀਤੀ ਜਾਂਦੀ ਹੈ ਔਰ ਉਹ ਇੱਕ ਥਿਊਰੀ ਪਾਸ ਨਹੀਂ ਹੋਈ, ਇਹਦਾ ਮਤਲਬ ਹੈ ਕਿ ਉਹ ਲਾਅ ਨਹੀਂ ਹੈ, ਉਹ ਗਲਤ ਸਾਬਤ ਹੋ ਗਈ ਹੈ। ਇਹ ਸਾਇੰਸ ਦੇ ਅਸੂਲ ਦੇ ਮੁਤਾਬਕ ਹੈ। ਔਰ ਵੈਸੇ ਵੀ ਜਿਵੇਂ ਅਸੀਂ ਇੰਜੀਨੀਅਰਿੰਗ 'ਚ ਆਮ ਤੌਰ ਤੇ ਕਿਹਾ ਜਾਂਦਾ ਕਿ ਜੀ ਪਾਰਟ ਟੂ ਹੋਲ ਜਾਂ ਹੋਲ ਟੂ ਪਾਰਟ, ਅਸੀਂ ਇੱਕ ਵੱਡੀ ਤੋਂ ਅਗਰ ਛੋਟੇ ਵੱਲ ਜਾਵਾਂਗੇ, ਇੰਪਲੀਮੈਂਟ ਕਰਾਂਗੇ ਤੇ ਉਹ ਐਕੂਰੇਟ ਹੋਏਗਾ। ਜੇ ਇੱਕ ਬੰਦੇ ਦਾ, ਜਿਵੇਂ ਡਾਕਟਰ ਸਾਹਿਬ ਨੇ ਕਿਹਾ ਨਾ ਜੀ, ਇੱਕ ਇੰਡੀਵਿਜੂਅਲ ਇੱਕ ਐਕਸਪੀਰੀਅੰਸ ਨੂੰ ਅਸੀਂ ਪੂਰੀ ਤੇ ਮੁੰਤਬਕ ਕਰਨ ਦੀ ਕੋਸ਼ਿਸ਼ ਕਰਾਂਗੇ, ਲਾਉਣ ਦੀ ਕੋਸ਼ਿਸ਼ ਕਰਾਂਗੇ, ਤੇ ਉਹਦਾ ਬਹੁਤ ਵਾਈਡਰ ਉਹਦੀ ਵੇਰੀਏਸ਼ਨ ਹੋਏਗੀ ਤੇ ਐਰਰ ਵੱਧ ਜਾਂਦਾ, ਐਰਰ ਪ੍ਰੋਪਗੇਟ ਹੋ ਜਾਂਦਾ। ਤੇ ਮੇਰਾ ਤਾਂ ਖਿਆਲ ਇਹ ਹੈਗਾ ਕਿ ਇਹ ਗੱਲ ਜਿਹੜੀ ਹੈ ਨਾ ਬੜੀ ਸਿੱਧੀ ਹੋ ਰਹੀ ਹੈ ਕਿ ਉਹ ਇੱਕ ਤਜਰਬਾ ਸੀ, ਹਾਈਪੋਥੈਸਿਸ ਸੀਗਾ, ਉਹ ਕਾਮਯਾਬ ਨਹੀਂ ਹੋਇਆ। ਤੇ ਇਹਦਾ ਮਤਲਬ ਹੈ ਵੀ ਗੋ ਬੈਕ ਟੂ ਦ ਟੇਬਲ ਐਂਡ ਫਾਈਂਡ ਅਗੇਨ ਕਿ ਜੀ ਹੁਣ ਕੀ, ਵਟ ਨੈਕਸਟ। ਇਹ ਤੇ ਨਹੀਂ ਚੱਲਿਆ। ਬਿਲਕੁਲ 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 ਬਿਲਕੁਲ। ਨਹੀਂ, ਮੇਰਾ ਖਿਆਲ ਮਨਜ਼ੂਰ ਸਾਹਿਬ ਦਾ ਜਿਹੜਾ ਸਵਾਲ ਹੈ ਬੜਾ ਬੁਨਿਆਦੀ ਸਵਾਲ ਹੈ ਕਿ ਵੀ ਕਿਸ ਬੁਨਿਆਦ ਤੇ, ਕਿਸ ਐਕਸਪੈਰੀਮੈਂਟ, ਕਿਹੜਾ ਸਮੇਸ਼ਨ ਸੀ ਹਿਸਟਰੀ ਦਾ ਜਿਹਦੀ ਬੇਸ ਤੇ ਇਹ ਕਨਕਲੂਜਨ ਕੱਢਿਆ ਕਿ ਵੀ ਪ੍ਰਿੰਸੀਪਲ ਕੰਟਰਾਡਿਕਸ਼ਨ ਤੇ ਸੈਕੰਡਰੀ ਕੰਟਰਾਡਿਕਸ਼ਨ। ਹਾਂ, ਇਹ ਕੁਐਸਚਨ ਹੋ ਸਕਦਾ ਜਿਹੜਾ ਹੋਰ। ਨਹੀਂ, ਇਹ ਬੜਾ ਬੁਨਿਆਦੀ ਸਵਾਲ ਹੈ। ਅਗਰ ਮੈਂ ਜਿਹੜੀ ਇਨਸਾਨੀ ਸੁਸਾਇਟੀ ਹੈ, ਅਗਰ ਉਹਨੂੰ ਅਸੀਂ ਇੱਕ 1 ਯੂਨਿਟ ਦੇ ਤੌਰ ਤੇ ਲੈ ਲਈਏ, ਜਿਵੇਂ ਮੈਂ ਪਹਿਲੇ ਵੀ ਇੱਕ ਵਾਰੀ ਇਹ ਗੱਲ ਕੀਤੀ ਸੀ ਤੁਹਾਡੇ ਨਾਲ, ਅਗਰ ਉਹਨੂੰ ਇੱਕ ਯੂਨਿਟ ਦੇ ਤੌਰ ਤੇ ਲੈ ਲਈਏ ਤੇ ਉਹਦੇ ਵਿੱਚ ਜਿਹੜੀ ਪਾਵਰ ਡਿਸਟ੍ਰੀਬਿਊਸ਼ਨ ਹੈ ਉਹ ਮੁਖਤਲਿਫ ਇਲਾਕਿਆਂ 'ਚ ਮੁਖਤਲਿਫ ਹੋ ਸਕਦੀ ਹੈ। ਔਰ ਕਦੀ ਇੱਕ ਇਲਾਕਾ ਉੱਤੇ ਆ ਜਾਂਦਾ, ਕਦੀ ਦੂਜਾ ਇਲਾਕਾ ਉੱਤੇ ਆ ਜਾਂਦਾ। ਠੀਕ, ਇੱਕ ਜ਼ਮਾਨੇ 'ਚ ਹਿੰਦੁਸਤਾਨ ਤੇ ਚੀਨ ਜਿਹੜੇ ਨੇ ਉਹ ਸਭ ਤੋਂ ਅੱਗੇ ਨੇ, ਤੇ ਫਿਰ ਉਸ ਤੋਂ ਬਾਅਦ ਯੂਰਪ ਸਭ ਤੋਂ ਅੱਗੇ ਹੋ ਗਿਆ। ਠੀਕ, ਤੇ ਯੂਰਪ ਤੋਂ ਬਾਅਦ ਹੁਣ ਬਾਕੀ ਤਾਕਤਾਂ ਉੱਭਰ ਰਹੀਆਂ ਨੇ ਜਿਹੜੀਆਂ ਅੱਗੇ ਹੋ ਰਹੀਆਂ ਨੇ। ਠੀਕ, ਤੇ ਇਹਨਾਂ ਦੇ ਵਿੱਚੋਂ ਜੇ ਅਸੀਂ ਇੱਕ ਸਟੇਜ ਨੂੰ ਲੈ ਕੇ ਜਦੋਂ ਯੂਰਪੀਅਨ ਉੱਤੇ ਜਾ ਰਹੇ ਸਨ ਤੇ ਅਸੀਂ ਉਹਨੂੰ ਕੀ, ਤੇ ਇਨਸਾਨਾਂ ਦੀ ਮੇਜਰ ਕੰਟਰਾਡਿਕਸ਼ਨ ਇਹ ਹੈ, ਤੇ ਉਹ ਤੇ ਅਸੀਂ ਬਿਲਕੁਲ ਇੱਕ ਛੋਟੇ ਜਿਹੇ ਪੀਰੀਅਡ ਨੂੰ, ਡੇਟੇ ਨੂੰ ਲੈ ਕੇ ਤੇ ਉਹਦੇ ਤੋਂ ਜਨਰਲਾਈਜ਼ ਕਨਕਲੂਜਨ ਕਰ ਰਹੇ ਹਾਂ। ਇਹ ਮੈਂ ਕਹਿਣ ਦੀ ਕੋਸ਼ਿਸ਼ ਕਰ ਰਿਹਾ। ਮਤਲਬ ਬਹੁਤ ਸਹੀ ਕਹਿ ਰਹੇ ਹੋ ਕਿ ਤੁਸੀਂ ਸੋਸਾਇਟੀ ਹਰ ਜਗ੍ਹਾ ਤੇ ਸਟੇਜਸ ਤੇ ਮੁਖਤਲਿਫ ਪੱਧਰਾਂ ਤੇ ਹੋ ਸਕਦੀ ਹੈ। ਠੀਕ ਹੈ, ਲੇਕਿਨ ਉਹਦਾ ਇਹ ਮਤਲਬ ਨਹੀਂ ਹੈ ਕਿ ਨਾਲ ਦੀ ਸੁਸਾਇਟੀ ਅਗਰ ਜ਼ਿਆਦਾ ਤੇਜ਼ ਜਾ ਰਹੀ ਹੈ ਤੇ ਉਹ ਤੁਹਾਡੀ ਕੰਟਰਾਡਿਕਸ਼ਨ ਬਣ ਜਾਂਦੀ ਹੈ, ਮੇਜਰ ਕੰਟਰਾਡਿਕਸ਼ਨ ਬਣ ਜਾਂਦੀ ਹੈ। ਤੁਹਾਡੀ ਉਹ ਕੰਟਰਾਡਿਕਸ਼ਨ ਉਹੀ ਹੈ ਜਿਹੜੀ ਅੰਦਰੂਨੀ ਕਸ਼ਮਕਸ਼ ਚੱਲ ਰਹੀ ਹੈ, ਉਹ ਚੱਲ ਰਹੀ ਹੈ। ਮੇਰੇ 'ਚ ਮੈਂ ਇਹ ਸਮਝਣਾ ਹੈ ਕਿ ਮੈਨੂੰ ਤਾਂ ਹੁਣ ਇਹ ਯਕੀਨ ਹੈ, ਹੁੰਦਾ ਜਾ ਰਿਹਾ ਹੈ ਕਿ ਜਿੰਨਾ ਚਿਰ ਤੱਕ ਤੁਸੀਂ ਇਨਸਾਨ ਨੂੰ ਇੱਕ ਯੂਨਿਟ ਦੇ ਤੌਰ ਦੇ ਉੱਤੇ, ਇੱਕ ਇਕਾਈ ਦੇ ਤੌਰ ਦੇ ਉੱਤੇ ਨੇਚਰ ਦਾ ਫੈਨੋਮੀਨਾ ਨਾ ਸਮਝੋ, ਉਹਦੇ ਟੋਟੇ ਕਰ ਅਗਰ ਤੁਸੀਂ ਉਹਦਾ ਐਨਾਲਿਸਿਸ ਕਰੋਗੇ ਤੇ ਤੁਸੀਂ ਜਨਰਲ ਪ੍ਰਿੰਸੀਪਲ ਤੇ ਨਹੀਂ ਪਹੁੰਚ ਸਕਦੇ। ਇਹ ਤਾਂ ਸਰ ਸਹੀ ਗੱਲ ਹੈ, ਇਹ 'ਚ ਤਾਂ ਕੋਈ ਦੋ ਰਾਏ ਨਹੀਂ। ਇਹ ਪ੍ਰੂਵ ਕਰਤਾ, ਜਿਹੜਾ ਇਹ ਰਿਡਕਸ਼ਨਿਜ਼ਮ ਦਾ ਅਸੂਲ ਹੈ ਇਹ ਤਾਂ ਪ੍ਰੂਵ ਕਰਤਾ। ਹੁਣ ਸਾਰੀ ਜਿਹੜੀ ਨਿਊਰੋ ਸਾਇੰਸ 'ਚ ਵੀ ਡਿਵੈਲਪਮੈਂਟ ਇਹੀ ਦੱਸਦੀ ਹੈ ਕਿ ਜਿਹੜਾ ਇਨਸਾਨ ਹੈ ਇਹ ਬਾਡੀ, ਮਾਈਂਡ ਤੇ ਵਰਲਡ ਇੱਕ ਹੈ। ਜਿੰਨਾ ਚਿਰ ਅਸੀਂ ਇਹਨੂੰ ਇੱਕ ਨਹੀਂ ਦੇਖਦੇ ਉਹਨਾਂ ਚਿਰ ਕੋਈ ਵਜ਼ਨਦਾਰ ਗੱਲ ਕਰ ਹੀ ਨਹੀਂ ਸਕਦੇ। ਬਿਲਕੁਲ, ਇਹ ਦੇਖੋ ਨਾ, ਇਹ ਬੜੀ ਇੰਟਰਸਟਿੰਗ ਚੀਜ਼ ਹੈ ਸਰ। ਇਹ ਹਰ ਇੱਕ ਫੀਨੋਮੇਨੇ ਦੀਆਂ ਕੁਝ ਜਨਰੈਲਿਟੀਜ਼ ਹੁੰਦੀਆਂ ਔਰ ਕੁਝ ਸਪੈਸਿਫਿਸਿਟੀਜ਼ ਹੁੰਦੀਆਂ, ਰਾਈਟ। ਹੁਣ ਆਪਾਂ ਹਿਊਮਨ ਬੀਇੰਗਸ ਆ ਨਾ, ਪੂਰੀ ਦੁਨੀਆ ਤੇ ਹਰ ਜਗ੍ਹਾ ਹਿਊਮਨ ਬੀਇੰਗਸ ਹੈ, 2 ਅੱਖਾਂ 2 ਨੱਕ ਹੈ, ਹਰ ਜਗ੍ਹਾ ਇੱਕੋ ਤਰ੍ਹਾਂ ਦੇ ਇਨਸਾਨ ਹੈ। ਪਰ ਆਪਾਂ ਇਹ ਵੀ ਨਹੀਂ ਕਹਿ ਸਕਦੇ ਵੀ ਜਿਹੜੇ ਲੋਕ ਯੂਰਪ 'ਚ ਨੇ ਜਾਂ ਉਹ ਐਗਜ਼ੈਕਟਲੀ ਇਹੋ ਜਿਹੇ ਹੀ, ਉਹਨਾਂ ਦਾ ਸਾਰਾ ਕੁਝ ਐਗਜ਼ੈਕਟਲੀ ਇੱਕੋ ਜਿਹਾ ਜਿਹੋ ਜਿਹਾ ਲੋਕ ਇੰਡੀਆ ਦੇ ਵਿੱਚ ਹੈ ਨਾ। ਕੁਝ ਸਪੈਸਿਫਿਸਿਟੀਜ਼ ਹੈਗੀਆਂ ਨੇ, ਕੁਝ ਜਨਰੈਲਿਟੀਜ਼ ਹੈਗੀਆਂ ਨੇ। ਹੁਣ ਜਿਵੇਂ ਮੈਡੀਕਲ ਸਾਇੰਸਿਸ ਵੀ ਕੰਮ ਕਰਦੀ ਹੈ। ਇਸੇ ਗੱਲ ਤੇ ਪ੍ਰਦੀਪ ਜੀ ਤੁਹਾਡੇ ਨਾਲ ਝਗੜਾ ਹੈ ਸਾਡਾ ਕਿ ਇੱਕ ਲੈਵਲ ਦੇ ਉੱਤੇ ਜਿਹੜਾ ਇਨਸਾਨ ਹੈ ਉਹ ਇੱਕ ਇਕਾਈ ਹੈ, ਇੱਕ ਯੂਨਿਟ ਹੈ।
ਇੱਕ ਲੈਵਲ ਦੇ ਉੱਤੇ। ਹੁਣ ਦੂਜੇ ਲੈਵਲ ਜਿਹੜੇ ਨੇ ਉਹਦੇ ਵਿੱਚ ਜਿਹਨੂੰ ਤੁਸੀਂ ਸਪੈਸੀਫਿਸਿਟੀ ਕਹਿੰਦੇ ਹੋ, ਉਹਨੂੰ ਮੈਂ ਨਹੀਂ ਕਹਿਣਾ ਕਿ ਉਹਦੇ ਮੁxtਲਿਫ ਜਿਹੜੇ ਹਿੱਸੇ ਨੇ ਉਸ ਇਕਾਈ ਦੇ ਅੰਦਰ, ਉਹ ਲੋਕਲ ਐਕਸਪ੍ਰੈਸ਼ਨ ਨੇ, ਉਹ ਲੋਕਲ ਐਕਸਪ੍ਰੈਸ਼ਨ ਨੇ। ਤੇ ਜੇ ਉਹਨਾਂ ਨੂੰ ਇੱਕ ਯੂਨੀਵਰਸਲ ਫਿਨੋਮੇਨਾ ਇਨਸਾਨ ਨੂੰ ਨਾ ਮੰਨਿਆ ਜਾਏ ਤੇ ਫਿਰ ਯੂਨੀਵਰਸਲ ਪ੍ਰਿੰਸੀਪਲ ਬਣ ਵੀ ਨਹੀਂ ਸਕਦਾ। ਫਿਰ ਤੇ ਪਾਰਟਿਕੂਲਰੀ ਹਾਈਪੋਥੇਸਿਸ ਹੋਣਗੇ ਸਾਰੇ। ਫਿਰ ਹਰ ਸੁਸਾਇਟੀ ਦੇ ਬਾਰੇ ਜੇ ਇੱਕ ਆਪਣਾ ਹਾਈਪੋਥੇਸਿਸ ਹੋਏਗਾ ਤੇ ਫਿਰ ਤੁਸੀਂ ਬੇਸਿਕਲੀ ਆਈਡੀਅਲਿਸਟਾਂ ਵਾਲੀ ਗੱਲ ਕਰ ਰਹੇ ਹੋਵੋਗੇ ਕਿ ਜਿਹੜਾ ਆਈਡੀਅਲਿਸਟਾਂ ਵਾਲੀ ਗੱਲ ਕਰ ਰਹੇ ਹੋਗੇ ਜਿਹੜਾ ਕਿ ਇਨਸਾਨ ਨੂੰ ਇੱਕ ਨੇਚਰ ਦਾ ਫਿਨੋਮੇਨਾ ਨਹੀਂ ਸਮਝਣ ਲਈ ਤਿਆਰ ਹੁੰਦਾ। ਤੇ ਇਹ ਮੇਰਾ ਖਿਆਲ ਹੈ ਇਹ ਬਹੁਤ ਬਾਰੀਕ ਗੱਲ ਹੈ ਔਰ ਇਹਨੂੰ ਬਹੁਤ ਗੌਰ ਦੇ ਨਾਲ ਸਮਝਣ ਦੀ ਲੋੜ ਹੈ। ਹੁਣ ਮਿਸਾਲ ਦੇ ਤੌਰ ਦੇ ਉੱਤੇ ਮੈਂ ਤੁਹਾਨੂੰ ਫਰਜ਼ ਕਰੋ ਇਹ ਕਹਾਂ ਕਿ ਜਿਹੜਾ ਰਾਣਾ ਸਾਹਿਬ ਨੂੰ ਬਹੁਤ ਚੰਗੀ ਤਰ੍ਹਾਂ ਪਤਾ ਹੈ, ਜਿਹੜਾ ਖੋਜਾ ਮੁਸੱਲੀ ਸੀਗਾ ਪੰਜਾਬ ਦਾ, ਜਿਹਦੀ ਇੱਕ ਬਹੁਤ ਵੱਡੀ ਤਾਦਾਦ ਸੀ, ਉਸ ਨੂੰ ਬਾਹਰਲਿਆਂ ਦੇ ਆਉਣ ਤੋਂ ਪਹਿਲੇ, ਬਾਹਰਲਿਆਂ ਦੇ ਆਉਣ ਤੋਂ ਬਾਅਦ, ਬਾਹਰਲਿਆਂ ਦੇ ਜਾਣ ਤੋਂ ਬਾਅਦ ਉਹਦੀ ਜ਼ਿੰਦਗੀ 'ਚ ਕੀ ਅਸਰ ਪਿਆ? ਕੋਈ ਅਸਰ ਪਿਆ? ਕੋਈ ਅਸਰ ਨਹੀਂ ਪਿਆ। ਜਦੋਂ ਆਪਣਾ ਮੁਗਲ ਤੇ ਉਹਨਾਂ ਤੋਂ ਪਹਿਲੇ ਸਲੇਵ ਡਾਇਨੈਸਟੀ ਵਗੈਰਾ ਨਹੀਂ ਸੀ ਆਈਆਂ ਹਿੰਦੁਸਤਾਨ ਦੇ ਵਿੱਚ, ਉਹਦੀ ਉਦੋਂ ਹੀ ਹਾਲਤ ਉਹੀ ਸੀ ਤਕਰੀਬਨ। ਇਹਨਾਂ ਦੇ ਆਉਣ ਦੇ ਨਾਲ ਹੀ ਉਹਦੀ ਹਾਲਤ ਤਕਰੀਬਨ ਉਹੋ ਹੀ ਰਹੀ। ਠੀਕ, ਤੇ ਉਹਦੀ ਅੱਖ ਦੇ ਨਾਲ ਅਗਰ ਤੁਸੀਂ ਵੇਖੋ ਤੇ ਫਿਰ ਤੁਸੀਂ ਕਿਵੇਂ ਕਹੋਗੇ ਜੀ ਇੰਪੀਰੀਅਲਿਜ਼ਮ ਜਿਹੜੀ ਹੈ ਉਹ ਸਾਡੀ ਮੇਜਰ ਕੰਟਰਾਡਿਕਸ਼ਨ ਹੈ। ਔਰ ਮੇਰਾ ਆਪਣਾ ਜ਼ਾਤੀ ਖਿਆਲ ਇਹ ਹੈ ਕਿ ਜਦੋਂ ਪਾਕਿਸਤਾਨ ਅਗਲੇ ਮੁਲਕ ਦੇ ਵਿੱਚ, ਹਿੰਦੁਸਤਾਨ ਅਗਲੇ ਮੁਲਕ ਦੇ ਵਿੱਚ ਜਦੋਂ ਤੁਸੀਂ ਇਹ ਪ੍ਰਚਾਰ ਕੀਤਾ ਕਿ ਜੀ ਮੇਜਰ ਕੰਟਰਾਡਿਕਸ਼ਨ ਇੰਪੀਰੀਅਲਿਜ਼ਮ ਦੇ ਨਾਲ ਹੈ, ਤੇ ਆਮ ਬੰਦਾ ਉਹਦੇ ਨਾਲ ਰਿਲੇਟ ਹੀ ਨਹੀਂ ਸੀ ਕਰ ਸਕਦਾ। ਐਗਜ਼ੈਕਟਲੀ ਉਹਦੇ ਨਾਲ ਰਿਲੇਟ ਹੀ ਨਹੀਂ ਸੀ ਕਰ ਸਕਦਾ। ਹੁਣ ਮਤਲਬ ਤੁਸੀਂ ਇੱਕ ਕਿਸਾਨ ਨੂੰ ਜਾਂ ਇੱਕ ਚੂੜੇ ਨੂੰ ਜਾਂ ਇੱਕ ਮੁਸੱਲੀ ਨੂੰ ਅਗਰ ਤੁਸੀਂ ਕਹੋ ਕਿ ਜੀ ਉਹ ਕਹੇਗਾ ਕੀ ਪਾਗਲਾਂ ਵਾਲੀਆਂ ਗੱਲਾਂ ਕਰ ਰਹੇ ਨੇ, ਉਹਨਾਂ ਨਹੀਂ ਹੋਣਾ। ਐਕਚੁਅਲੀ ਜੋਤੀ ਰਾਏ ਫੁੱਲੇ ਦੀ ਕਿਤਾਬ ਤਾਂ ਇਹੀ ਸੀ ਨਾ, 1834 ਜਾਂ 35, ਜਦੋਂ ਵੀ ਗੁਲਾਮਗਿਰੀ, ਉਹ ਕਹਿੰਦਾ ਸਾਡਾ ਤਾਂ ਕੋਈ ਭੇੜ ਅੰਗਰੇਜ਼ ਨਾਲ ਤਾਂ ਹੈ ਹੀ ਨਹੀਂ, ਸਾਡਾ ਤਾਂ ਬਾਹਮਣਵਾਦ ਨਾਲ। ਹਾਂ ਐਗਜ਼ੈਕਟਲੀ, ਵਾਹ, ਸਹੀ ਕਿਹਾ। ਤੇ ਅੰਬੇਦਕਰ ਦੀ ਗਾਂਧੀ ਨਾਲ ਡਿਬੇਟ ਇਹੀ ਸੀ। ਗਾਂਧੀ ਕਹਿੰਦਾ ਸੀ ਮੁਲਕ ਲਈ ਲੜੋ, ਉਹ ਕਹਿੰਦਾ ਸਾਡਾ ਤਾਂ ਮੁਲਕ ਹੀ ਕੋਈ ਹੈ ਨਹੀਂ, ਸਾਡੀ ਤਾਂ ਲੜਾਈ ਬਾਹਮਣਵਾਦ ਨਾਲ। ਬਿਲਕੁਲ ਬਿਲਕੁਲ। ਤੇ ਮਤਲਬ ਇਹ ਹੈ ਕਿ ਬਾਹਮਣਵਾਦ ਨੇ ਉਹ ਜਿਹੜਾ ਬਾਹਮਣਵਾਦ ਹੈ ਉਹ ਹਰ ਸੁਸਾਇਟੀ ਦੇ ਵਿੱਚ ਕਿਸੇ ਨਾ ਕਿਸੇ ਸ਼ਕਲ 'ਚ ਮੌਜੂਦ ਹੈ, ਤੇ ਤੁਸੀਂ ਉਹਨੂੰ ਤੇ ਜਨਰਲਾਈਜ਼ ਕਰ ਸਕਦੇ ਹੋ। ਤੇ ਲੇਕਿਨ ਤੁਸੀਂ ਉਹ ਜਿਹੜੀ ਇੱਕ ਨੇਸ਼ਨ ਸਟੇਟ ਬਣ ਗਈ ਹੈ ਉਹਨੂੰ ਇੱਕ ਯੂਨਿਟ ਮੰਨ ਕੇ ਤੇ ਉਹਦੇ ਜਿਹੜੇ ਇੰਟਰਸਟ ਨੇ ਉਹਨਾਂ ਦੇ ਤਹਿਤ ਤੁਸੀਂ ਨਹੀਂ ਮਤਲਬ ਇਹ ਕਰ ਸਕਦੇ ਕਿ ਜਿਹੜਾ ਮਿਸਾਲ ਦੇ ਤੌਰ ਦੇ ਉੱਤੇ ਜਿਹੜਾ ਮੁਸਲਿਮ ਸ਼ਾਹੀ ਦਾ ਜ਼ਮਾਨਾ ਹੈ, ਮੁਗਲਾਂ ਦਾ ਜਿਹੜਾ ਦੌਰ ਹੈ ਪੂਰਾ, ਜਿਨ੍ਹਾਂ ਵਿੱਚ ਸਭ ਤੋਂ ਕਾਮਯਾਬ ਜਿਹੜਾ ਬਾਦਸ਼ਾਹ ਹੈ ਉਹ ਅਕਬਰ ਨੂੰ ਮੰਨਿਆ ਜਾਂਦਾ ਹੈ, ਉਹਦੇ ਵਿੱਚ ਵੀ ਜਿਹੜੀ ਪੈਜ਼ੈਂਟਰੀ ਹੈ, ਜਿਹੜੀ ਐਗਰੀਕਲਚਰਿਸਟ ਨੇ, ਉਹ ਆਪਣੀ ਪ੍ਰੋਡਿਊਸ ਦਾ 1/3 to 1/2 ਜਿਹੜੇ ਨੇ ਉਹ ਸਰੈਂਡਰ ਕਰਦੇ ਨੇ ਬਾਦਸ਼ਾਹ ਨੂੰ, ਕਿਉਂਕਿ ਜ਼ਮੀਨ ਦਾ ਮਾਲਕ ਬਾਦਸ਼ਾਹ ਹੈ, ਤੇ ਉਹ ਸਰੈਂਡਰ ਕਰਦੇ ਨੇ 1/3 to 1/2 ਪ੍ਰੋਡਿਊਸ। ਜਦੋਂ
ਪੰਜਾਬ ਵਿੱਚ ਸਿੱਖਾਂ ਦੀ ਉਭਾਰ ਹੋਇਆ ਤੇ ਉਹਦੇ ਨਾਲ ਉਹਨਾਂ ਨੇ ਉਹ 1/3 ਤੇ 1/2 ਵਾਲਾ ਫਾਰਮੂਲਾ ਮੁਕਾ ਦਿੱਤਾ। ਉਹਨਾਂ ਨੇ ਕਿਹਾ ਕਿ ਤੁਸੀਂ ਇੱਕ ਨੋਮੀਨਲ ਫੀਸ ਦਿਓ ਪ੍ਰੋਟੈਕਸ਼ਨ ਦੀ, ਉਹ ਅਸੀਂ ਲਾਂਗੇ ਤੁਹਾਡੇ ਕੋਲੋਂ, ਤੇ ਬਾਕੀ ਜੋ ਤੁਹਾਡੀ ਤੁਸੀਂ ਪੈਦਾ ਕਰਦੇ ਹੋ ਉਹ ਤੁਹਾਡੀ, ਅਸੀਂ ਉਹ ਨੋਮੀਨਲ ਤੁਹਾਡੇ ਕੋਲੋਂ ਲਾਂਗੇ, ਠੀਕ ਹੈ। ਤੇ ਉਹਦਾ ਨਤੀਜਾ ਇਹ ਨਿਕਲਿਆ ਕਿ ਜਿਵੇਂ ਆਪਣਾ ਜਿਹਨੂੰ ਵਾਰਿਸ ਸ਼ਾਹ ਨੇ ਕਿਹਾ, ਅਸ਼ਰਾਬ ਖਰਾਬ ਕਮੀਨ ਤਾਜ਼ਾ, ਜ਼ਿਮੀਦਾਰ ਨੂੰ ਵੱਡੀ ਬਹਾਰ ਹੋਈ, ਮਤਲਬ ਇਹ ਜਿਹੜੀ ਮਿਸਰਾਂ ਦੇ ਬਣ ਦੇ ਨਾਲ, ਤੇ ਉਹਦਾ ਮਤਲਬ ਇਹੋ ਹੀ ਸੀ ਕਿ ਜਿਹੜੇ ਵਾਹੀ ਕਰਨ ਵਾਲੇ ਜਾਂ ਐਗਰੀਕਲਚਰ ਜਿਨ੍ਹਾਂ ਦਾ ਮੇਨ ਪੇਸ਼ਾ ਸੀ, ਉਹਨਾਂ ਦੀ ਤਾਂ ਮੌਜ ਹੋ ਗਈ ਹੈ ਕਿ ਹੁਣ ਉਹਨਾਂ ਨੂੰ 1/3 ਜਾਂ 1/2 ਨਹੀਂ ਦੇਣਾ ਪੈਂਦਾ। ਅੱਛਾ, ਉਸ ਤੋਂ ਬਾਅਦ ਦੇਖੋ ਤੁਸੀਂ, ਮੁਗਲਾਂ ਤੋਂ ਬਾਅਦ ਫਿਰ ਪੂਰੇ ਹਿੰਦੁਸਤਾਨ ਦੇ ਵਿੱਚ ਅੰਗਰੇਜ਼ ਆ ਜਾਂਦਾ ਹੈ, ਤੇ ਅੰਗਰੇਜ਼ ਜਿਹੜਾ ਹੈ ਉਹ ਵੀ ਇੱਕ ਪ੍ਰਪੋਰਸ਼ਨੇਟਲੀ ਇੱਕ ਫੀਸ ਜਿਹੜੀ ਆ ਉਹ ਲਾ ਦਿੰਦਾ ਹੈ, ਤੇ ਬਾਕੀ ਉਹ ਕਹਿੰਦਾ ਹੈ, ਉਹਦੇ ਆਪਣੇ ਨੈਗੇਟਿਵ ਵੀ ਹੈ ਨੇ, ਕਿ ਮਿਸਾਲ ਦੇ ਤੌਰ ਦੇ ਉੱਤੇ ਕੈਸ਼ ਜਿਹੜਾ ਹੈ ਉਹ ਕੈਸ਼ ਪ੍ਰੋਡਿਊਸਿੰਗ ਸੁਸਾਇਟੀ ਨਹੀਂ ਹੈਗੀ, ਤੇ ਉਹ ਕੈਸ਼ ਦੇ ਵਿੱਚ ਫੀਸ ਲੈਣਾ ਚਾਹੁੰਦੇ ਨੇ, ਤੇ ਉਹ ਕੈਸ਼ ਦੇ ਬੜੇ ਪੁਆੜੇ ਪਏ, ਉਹਦੀ ਵਜ੍ਹਾ ਤੋਂ ਲੋਕਾਂ ਨੂੰ ਬਹੁਤ ਕੁਝ ਸਰੈਂਡਰ ਕਰਨੀ ਪਈ ਜ਼ਮੀਨ। ਲੇਕਿਨ ਮਤਲਬ ਇਹ ਹੈ ਕਿ ਉਹ ਮੁਗਲਾਂ ਦੀ 1/3 ਜਾਂ 1/2 ਤੋਂ ਤੇ ਚੰਗਾ ਹੀ ਸੀ ਮੇਰੇ ਖਿਆਲ ਵਿੱਚ। ਅੱਛਾ, ਹੁਣ ਅਗਰ ਇਹ 90-95% ਜਿਹੜੀ ਖਲਕਤ ਹੈ, ਅਗਰ ਇਹ ਐਗਰੀਕਲਚਰਿਸਟ ਸੀਗੀ, ਤੇ ਉਹਨਾਂ ਦੇ ਅੱਖ ਦੇ ਨਾਲ ਤੁਸੀਂ ਅਗਰ ਵੇਖੋ ਤੇ ਜਿਹੜਾ ਕਲੋਨੀਅਲਿਜ਼ਮ ਸੀ ਜਾਂ ਇੰਪੀਰੀਅਲਿਜ਼ਮ ਸੀ, ਉਹ ਮੇਜਰ ਕੰਟਰਾਡਿਕਸ਼ਨ ਕਿਵੇਂ ਬਣੀ? ਉਹਨਾਂ ਦੀ ਆਪਣੀ ਉਹਨਾਂ ਲਈ ਕਿਵੇਂ ਬਣੀ? ਉਹ ਇਹ ਹੋ ਸਕਦਾ ਹੈ ਕਿ ਇੱਕ ਜਿਹੜੀ ਅਮਰਜਿੰਗ ਬੂਰਜਵਾਜ਼ੀ ਜਿਹੜੀ ਪੈਦਾ ਹੋ ਰਹੀ ਹੈ ਉਸ ਸੁਸਾਇਟੀ ਦੇ ਵਿੱਚ, ਉਹਦੇ ਲਈ ਤੇ ਉਹ ਇੱਕ ਹਿੰਡਰੈਂਸ ਹੋ ਸਕਦੀ ਹੈ ਇੰਪੀਰੀਅਲਿਸਟ ਤਾਕਤ। ਲੇਕਿਨ ਇੱਕ ਆਮ ਜਿਹੜਾ ਇਨਸਾਨ, ਜਿਹੜਾ 90-95% ਇਨਸਾਨ ਨੇ ਇਸ ਖਿੱਤੇ ਦੇ, ਉਹਨਾਂ ਨੂੰ ਕੀ ਫਰਕ ਪਿਆ? ਮੈਨੂੰ ਇਸ ਹਿਸਾਬ ਨਾਲ ਦੱਸੋ ਨਾ ਤੁਸੀਂ। ਸਹੀ, ਮਤਲਬ ਇਹ ਜਿਹੜੇ ਸਾਡੇ ਭਾਈਵਾਨ ਨੇ, ਇਹ ਜਿਹੜੇ ਅੰਗਰੇਜ਼ ਦੀਆਂ ਸਿਫਤਾਂ ਕਰਦੇ ਸਨ ਕਿ ਜੀ ਹਕੂਮਤ ਕਰ ਗਿਆ ਅੰਗਰੇਜ਼, ਉਹ ਜਿਹੜੀ ਅੰਗਰੇਜ਼ ਦੀਆਂ ਸਿਫਤਾਂ ਕਰਦੇ ਸਨ, ਕਿਆ ਉਹ ਪਾਗਲ ਸਨ? ਅਸੀਂ ਬਹੁਤ ਅਕਲਮੰਦ ਸਾਂ। ਉਹ ਤੇ ਆਪਣੀਆਂ ਜ਼ਿੰਦਗੀਆਂ ਦੇ ਹਵਾਲੇ ਨਾਲ ਵੇਖ ਰਹੇ ਸਨ ਨਾ, ਕਿ ਉਹਨਾਂ ਤੋਂ ਪਹਿਲੇ ਕੀ ਸੀ ਤੇ ਉਹਨਾਂ ਦੇ ਹੁੰਦਿਆਂ ਕੀ ਹੈ। ਤੇ ਇਹ ਵੀ ਤੁਸੀਂ ਵੇਖ ਲਿਆ ਕਿ ਜਦੋਂ ਉਹ ਚਲੇ ਗਏ ਤੇ ਫਿਰ ਹੁਣ ਜੋ ਕੁਝ ਹੋ ਰਿਹਾ ਹੈ ਇਹਨਾਂ ਸੁਸਾਇਟੀਆਂ ਦੇ ਵਿੱਚ, ਉਹ ਤੇ ਇਹੋ ਹੀ ਹੈ, ਜਿਸ ਦੀ ਲਾਠੀ ਉਹਦੀ ਮੱਝ ਹੈ। ਬਿਲਕੁਲ ਸਹੀ। ਮੈਂ ਇਹ ਨਹੀਂ ਕਹਿ ਰਿਹਾ ਕਿ ਇਹ ਕੋਈ ਪੋਜ਼ਿਟਿਵ ਡਿਵੈਲਪਮੈਂਟ, ਇਹਨੂੰ ਇਸ ਹਿਸਾਬ ਨਾਲ ਪੋਜ਼ਿਟਿਵ ਡਿਵੈਲਪਮੈਂਟ ਕਹਿ ਦਈਏ। ਹਾਂ, ਇਹਨੂੰ ਇੱਕ ਡਿਵੈਲਪਮੈਂਟ ਦੇ ਤੌਰ ਤੋਂ ਮੰਨਣਾ ਚਾਹੀਦਾ ਹੈ ਕਿ ਇਨਸਾਨਾਂ ਦੇ ਇੱਕ ਹਿੱਸੇ ਨੇ ਦੂਸਰੇ ਹਿੱਸੇ 'ਚ ਇੰਟਰਵੀਨ ਕੀਤਾ ਹੈ ਔਰ ਉਸ ਇੰਟਰਵੈਂਸ਼ਨ ਦੇ ਨਤੀਜੇ ਨਿਕਲੇ ਨੇ। ਇਹਨੂੰ ਇੰਜ ਅਸੀਂ ਕਹਿ ਸਕਦੇ ਹਾਂ। ਮੈਨੂੰ ਤੇ ਸਮਝ ਆਉਂਦਾ, ਲੇਕਿਨ ਮੈਨੂੰ ਇਹ ਲੱਗਦਾ ਹੈ ਕਿ ਜਿੰਨਾ ਚਿਰ ਤੱਕ ਸਾਡੀ ਸਮਝ ਜਿਹੜੀ ਹੈ ਉਹ ਮਾਡਰਨ ਸਾਇੰਸ ਦੀਆਂ ਫਾਈਂਡਿੰਗਸ ਦੇ ਬਾਰੇ ਵਿੱਚ ਕਲੀਅਰ ਨਹੀਂ ਹੈਗੀ ਕਿ 20ਵੀਂ ਸਦੀ ਔਰ 21ਵੀਂ ਸਦੀ ਦੀ ਜਿਹੜੀ ਸਾਇੰਟੀਫਿਕ ਮੈਥੋਡੋਲੋਜੀ ਹੈ ਨੇਚਰ ਨੂੰ ਵੇਖਣ ਦੀ, ਉਹ ਕਿਵੇਂ ਬਦਲੀ ਹੈ ਔਰ ਉਹਦੇ ਕੀ ਸਿੱਟੇ ਨਿਕਲੇ ਨੇ, ਉਹਨਾਂ ਚਿਰ ਤੱਕ ਅਸੀਂ ਜਿਹੜਾ ਕੰਟਰਾਡਿਕਸ਼ਨ ਦਾ ਜਿਹੜਾ ਅਸੂਲ ਹੈ, ਜਿਹਦੀ ਬੇਸ ਨੂੰ ਅਗਰ ਅਸੀਂ ਮੰਨ ਵੀ ਲਈਏ ਕਿ ਉਹ ਆਪੋਜ਼ਿਟ, ਯੂਨਿਟੀ ਆਫ ਆਪੋਜ਼ਿਟ ਹੈ, ਜਿਹੜੀ ਕਿ ਸਮਝ ਆਉਂਦੀ ਹੈ ਗੱਲ, ਤੇ ਉਹਦੀ ਜਿਹੜੀ ਵਰਕਿੰਗ ਹੈ ਉਹਨੂੰ ਫਾਰਮੂਲੇਟ ਕਰਨ ਲਈ ਤੇ ਜਿਹੜੀਆਂ
ਜਿਹੜੀਆਂ ਨੈਚੁਰਲ ਸਾਇੰਸਸ ਦੇ ਵਿੱਚ ਜਿਹੜੀਆਂ ਬਦਲੀਆਂ ਆਈਆਂ ਟੈਸਟ ਹੋਏ ਨੇ ਜਿਹੜੇ, ਉਹਨਾਂ ਨੂੰ ਤਾਂ ਹਰ ਸੂਰਤ ਦੇ ਵਿੱਚ ਵੇਖਣਾ ਪਵੇਗਾ। ਸੀ ਡਾਕਟਰ ਸਾਹਿਬ ਬਹੁਤ ਸਹੀ ਗੱਲ ਹੈ। ਜੇ ਤੁਸੀਂ ਕੁਆਂਟਮ ਮਕੈਨਿਕਸ ਦੇਖੋ, ਹਾਂਜੀ ਉਸ ਦਾ ਜਿਹੜਾ ਪੋਜ਼ਿਟਿਵ ਚਾਰਜ ਹੈ ਤੇ ਨੈਗੇਟਿਵ ਚਾਰਜ ਹੈ ਉਹ ਇੰਟਰਚੇਂਜ ਹੁੰਦੇ ਰਹਿੰਦੇ ਕਨਸਟੈਂਟਲੀ। ਹਾਂਜੀ ਹਾਂਜੀ ਠੀਕ ਹੈ ਨਾ, ਤੇ ਉਹਦੇ ਵਿੱਚ ਟਾਈਮ ਤੇ ਸਪੇਸ ਵੀ ਰਿਲੇਟਿਵ ਹੈ। ਠੀਕ ਜਿਹੜਾ ਇਲੈਕਟ੍ਰੋਨ ਹੈ ਜਾਂ ਫੋਟੋਨ ਹੈ, ਇਹ ਇੱਕੋ ਟਾਈਮ ਕਿਤੇ ਵੀ ਹੋ ਸਕਦਾ। ਠੀਕ ਤੁਸੀਂ ਜਦੋਂ ਮੇਜਰ ਕਰਦੇ ਉਦੋਂ ਹੀ ਤੁਸੀਂ ਦੱਸਦੇ ਆ ਨਾ ਕਿ ਇਹ ਬਿਲਕੁਲ ਕਿੱਥੇ ਹੈ। ਬਿਲਕੁਲ ਸਹੀ ਹੈ। ਤੇ ਇਸ ਕਰਕੇ ਤੁਸੀਂ ਜਿਹੜਾ ਕੌਂਟਰਾਡਿਕਸ਼ਨ, ਜੇ ਕੋਈ ਬੁਨਿਆਦੀ ਅਸੂਲ ਹੈਗਾ ਨੇਚਰ ਦਾ, ਇਹਦੇ ਬਾਰੇ ਵੀ ਸੋਚਣ ਦੀ ਲੋੜ ਹੈਗੀ ਹੈ। ਬਿਲਕੁਲ, ਮਤਲਬ ਬਹੁਤ ਲੋੜ ਆ। ਇਹੋ ਤੇ ਮੈਂ ਕਹਿ ਰਿਹਾ ਕਿ ਉਹਦੀ ਹਾਂ ਕਿ ਉਹ ਜਿਹੜਾ ਸਿੰਪਲਿਸਟਿਕਲੀ ਅਸੀਂ ਇੱਕ ਜਨਰਲਾਈਜ਼ ਕਰ ਦਿੰਨੇ ਆ ਜੀ ਨੈਗੇਟਿਵ ਪੋਜ਼ਿਟਿਵ ਨੂੰ, ਉਹਨੂੰ ਵੇਖਣ ਦੀ ਲੋੜ ਹੈਗੀ ਹੈ। ਸਰ ਇਹ ਕੰਟਰਡਿਕਸ਼ਨ ਤਾਂ ਬੁਨਿਆਦੀ ਹੋ ਨਹੀਂ ਸਕਦੀ ਨਾ, ਮਤਲਬ ਉਹ ਤਾਂ ਅਲੱਗ-ਅਲੱਗ ਟਾਈਮ ਤੇ ਅਲੱਗ-ਅਲੱਗ ਸਮੇਂ ਤੇ ਅਲੱਗ-ਅਲੱਗ ਜਗ੍ਹਾ ਤੇ ਅਲੱਗ-ਅਲੱਗ ਹੋਏਗੀ। ਨਹੀਂ, ਕੌਂਟਰਾਡਿਕਸ਼ਨ ਜੇ ਤੁਸੀਂ ਬੁਨਿਆਦੀ ਅਸੂਲ ਮੰਨ ਰਹੇ ਨੇਚਰ ਦਾ, ਜਾਂ ਜਿੱਕੋ ਤੁਸੀਂ ਗ੍ਰੈਵਿਟੀ ਮੰਨਦੇ ਆ, ਉਸੇ ਤਰ੍ਹਾਂ ਅਸੀਂ ਜੇ ਕੌਂਟਰਾਡਿਕਸ਼ਨ ਨੂੰ ਕਹਿੰਦੇ ਆ ਬੁਨਿਆਦੀ ਅਸੂਲ ਹੈ ਨੇਚਰ ਦਾ ਚੇਂਜ, ਡਿਵੈਲਪਮੈਂਟ ਤੇ ਮੋਸ਼ਨ ਲਈ, ਫਿਰ ਤੁਹਾਨੂੰ ਸਿਰਫ ਨਿਊਟੋਨੀਅਨ ਫਿਜ਼ਿਕਸ ਨਹੀਂ, ਕੁਆਂਟਮ ਮਕੈਨਿਕਸ ਵੀ ਸਮਝਣੀ ਪੈਣੀ ਹੈ। ਮੈਂ ਉਹੀ ਤਾਂ ਗੱਲ ਮੈਂ ਕਹਿਣਾ ਸਰ, ਵੀ ਜਿਹੜੇ ਨਿਊਟਨ ਦੇ ਲਾਅ ਆ ਉਹ ਨਿਊਟੋਨੀਅਨ ਫਿਜ਼ਿਕਸ 'ਚ ਕੰਮ ਕਰਦੇ ਆ, ਰਾਈਟ? ਕੁਆਂਟਮ ਫਿਜ਼ਿਕਸ 'ਚ ਕੰਮ, ਜਦੋਂ ਚੀਜ਼ਾਂ ਲਾਈਟ ਦੀ ਸਪੀਡ ਨਾਲ ਟਰੈਵਲ ਕਰਦੀਆਂ ਤਾਂ ਸਾਰਾ ਕੁਝ ਚੇਂਜ ਹੋ ਜਾਂਦਾ, ਸਰਕਮਸਟੈਂਸ ਚੇਂਜ ਹੋ ਜਾਂਦੇ, ਫਿਰ ਆਪਾਂ ਉਹ ਜਨਰੈਲਿਟੀਜ਼ ਉੱਥੇ ਅਪਲਾਈ ਨਹੀਂ ਕਰ ਸਕਦੇ। ਜਿਹੜੇ ਰਿਐਲਿਟੀ ਹੈ ਉਹ ਨਿਊਟਨ ਦੇ ਲਾਅ ਤੋਂ ਅੱਗੇ ਜਾ ਕੇ ਐਕਸਪਲੇਨ ਕਰਦੀ ਹੈ। ਕੁਆਂਟਮ ਫਿਜ਼ਿਕਸ, ਉਹ ਹੁਣ ਕੁਆਂਟਮ ਫਿਜ਼ਿਕਸ ਦੇ ਵੀ ਪ੍ਰੋਬਲਮ ਆ ਰਹੇ, ਲੋਕੀ ਕਹਿ ਰਹੇ ਵੀ ਇਹ ਵੀ ਪੂਰਾ ਨਹੀਂ ਐਕਸਪਲੇਨ ਕਰਦੇ। ਸਮਝੇ ਨਾ, ਰਿਐਲਿਟੀ ਤਾਂ ਉਹੀ ਆ। ਬਿਲਕੁਲ, ਰਿਐਲਿਟੀ ਤਾਂ ਉਹੀ ਹੈ ਨਾ। ਨਹੀਂ ਤੇ ਅਗਰ ਕੁਆਂਟਮ ਫਿਜ਼ਿਕਸ ਦੇ ਵਿੱਚ ਨੈਗੇਟਿਵ ਤੇ ਪੋਜ਼ਿਟਿਵ ਜਿਹੜੇ ਨੇ ਉਹ ਫਲੂਇਡ ਨੇ। ਹਾਂ ਬਿਲਕੁਲ, ਅਗਰ ਉਹ ਕੰਪਲੀਟਲੀ ਫਲੂਇਡ ਨੇ, ਕੋਈ ਵੀ ਚੀਜ਼ ਕਿਸੇ ਇੱਕ ਮੂਮੈਂਟ 'ਚ ਨੈਗੇਟਿਵ ਹੈ, ਦੂਜੇ ਮੂਮੈਂਟ 'ਚ ਪੋਜ਼ਿਟਿਵ ਹੈ, ਅਗਰ ਫਰਜ਼ ਕਰੋ ਇਹ ਹੈਗਾ ਕਿ ਇਹਦਾ ਤਾਂ ਮਤਲਬ ਇਹ ਹੋਏਗਾ ਕਿ ਕੰਟਰਡਿਕਸ਼ਨ ਦੀ ਜਨਰਲ ਕੈਟੇਗਰੀ ਨੈਗੇਟਿਵ, ਉਹ ਇੰਨੀ ਬੁਨਿਆਦੀ ਨਹੀਂ ਹੈ। ਨਹੀਂ, ਬੁਨਿਆਦੀ ਨਹੀਂ ਹੋ ਸਕਦੀ। ਫਿਰ ਉਹ ਮੰਨੀ ਨਹੀਂ ਜਾ ਸਕਦੀ। ਇਹ ਹੈ ਕਿ ਉਹਨੂੰ ਤੁਸੀਂ ਫਿਰ ਕਿਸੇ ਹੋਰ ਬਜਾਏ ਕੰਟਰਡਿਕਸ਼ਨ ਨੈਗੇਟਿਵ ਪੋਜ਼ਿਟਿਵ ਦੇ, ਫਿਰ ਤੁਸੀਂ ਉਹਨੂੰ ਕਿਸੇ ਹੋਰ ਮੈਥਡੋਲੋਜੀ ਨਾਲ ਦੇਖੋ, ਤਬਦੀਲੀ। ਮਤਲਬ ਮਸਲਾ ਤੇ ਬੇਸਿਕਲੀ ਹੈ ਕਿ ਤਬਦੀਲੀ ਦੇ ਅਮਲ ਨੂੰ ਕਿਵੇਂ ਐਕਸਪਲੇਨ ਕੀਤਾ ਜਾਵੇ। ਬਿਲਕੁਲ, ਇਹ ਹੈ ਮੁੱਢਲਾ ਪ੍ਰੋਬਲਮ, ਜਿਹਦੇ ਲਈ ਲਾਅ ਆਫ ਕੰਟਰਡਿਕਸ਼ਨ ਜਿਹੜਾ ਹੈ ਉਹ ਇਸ ਗੱਲ ਨੂੰ ਐਕਸਪਲੇਨ ਕਰਨ ਲਈ ਹੈ ਕਿ ਮੂਵਮੈਂਟ ਕਿਵੇਂ ਹੋ ਰਹੀ ਹੈ, ਹਰਕਤ ਕਿਵੇਂ ਹੋ ਰਹੀ ਹੈ ਸੋਸਾਇਟੀ ਵਿੱਚ ਜਾਂ ਨੇਚਰ ਵਿੱਚ ਜਾਂ ਹਰ ਥਾਂ ਤੇ। ਤੇ ਜੇ ਦੇਖੋ ਕੁਆਂਟਮ ਮਕੈਨਿਕਸ ਤਾਂ ਆਬਜ਼ਰਵੇਸ਼ਨ ਨਾਲ ਤੁਸੀਂ ਚੇਂਜ ਕਰ ਦਿੰਦੇ ਆ। ਠੀਕ ਹੈ ਨਾ, ਜਦੋਂ ਤੁਸੀਂ ਆਬਜ਼ਰਵ ਕਰਦੇ ਆ ਇਲੈਕਟ੍ਰੋਨ ਨੂੰ, ਉਹਦੇ ਚੇਂਜਸ ਆ ਜਾਂਦੇ ਆ। ਤੇ ਆਫ ਕੋਰਸ ਇਹਦੇ ਜਿਹੜੇ ਆਈਡੀਅਲਿਸਟ ਆ ਉਹ ਰਿਜ਼ਲਟ ਅੱਡ ਲੱਭਦੇ ਆ ਕਿ ਜੀ ਮਾਈਂਡ ਓਵਰ ਮੈਟਰ। ਇਸ ਲਿਹਾਜ਼ ਨਾਲ ਤੇ ਫਿਰ ਜਿਹੜਾ ਮੌਜੂਦ ਹੋਊਗਾ ਉਹ ਠੀਕ ਲੱਗਦਾ ਮੈਨੂੰ ਕਿ ਅਗਰ ਇਹ ਕੰਟਰਡਿਕਸ਼ਨ ਵੀ ਚੇਂਜ ਹੁੰਦੀ ਰਹਿੰਦੀ ਉਸ ਹਿਸਾਬ ਨਾਲ, ਤੇ ਫਿਰ ਕੰਟਰਡਿਕਸ਼ਨ ਨੂੰ ਵੀ ਦੇਖਣਾ ਪਏਗਾ ਕਿ ਕਿਸ ਟਾਈਮ ਤੇ ਉਹ ਸਾਡੇ ਵਾਸਤੇ ਉਹ ਜ਼ਰੂਰੀ ਕੰਟਰਡਿਕਸ਼ਨ ਹੈ, ਕਿਸ ਟਾਈਮ ਉਹ ਜ਼ਰੂਰੀ ਨਹੀਂ ਹੈ। ਨਹੀਂ, ਮੈਂ ਇਹ ਦੇਖੋ ਨਾ, ਰਿਐਲਿਟੀ ਨੂੰ ਜਦੋਂ ਤੱਕ ਅਸੀਂ ਰੀਅਲਾਈਜ਼ ਨਹੀਂ ਕਰਦੇ ਤਦ ਤੱਕ ਰਿਐਲਿਟੀ ਮੈਟਰ ਹੀ ਨਹੀਂ ਕਰਦੀ। ਨਹੀਂ, ਮੈਂ ਤੇ ਇਹ ਗੱਲ, ਮੈਂ ਤੇ ਰਾਣਾ ਸਾਹਿਬ ਇਹ ਗੱਲ ਕਰ ਰਹੇ ਹਾਂ ਕਿ ਅਗਰ ਜਿਹਨੂੰ ਅਸੀਂ ਨੈਗੇਟਿਵ ਤੇ ਪੋਜ਼ਿਟਿਵ ਕਹਿੰਦੇ ਹਾਂ, ਅਗਰ ਉਹ ਰਿਲੇਟਿਵ ਟਰਮਾਂ ਨੇ ਔਰ ਉਹ ਮੂਮੈਂਟ ਟੂ ਮੂਮੈਂਟ ਤਬਦੀਲ ਹੁੰਦੀਆਂ ਨੇ, ਬਿਲਕੁਲ, ਤੇ ਇਹਦਾ ਮਤਲਬ ਹੈ ਕਿ ਜਿਹੜਾ ਮੂਵਮੈਂਟ ਲਈ ਜਿਹੜਾ ਅਸੀਂ ਅਸੂਲ ਮੰਨਿਆ ਕੰਟਰਡਿਕਸ਼ਨ ਦਾ, ਉਹ ਮੰਨਿਆ ਹੀ ਨਹੀਂ ਜਾ ਸਕਦਾ। ਸਹੀ ਗੱਲ। ਇਹਦਾ ਮਤਲਬ ਹੈ ਕਿ ਉਹਦਾ ਅਸੂਲ ਹੋਰ ਹੈ।
ਉਹੀ ਗੱਲ ਹੋ ਗਈ ਨਾ ਬਾਬੇ ਵਾਲੀ, ਆਪੇ ਕੁੰਡਾ ਤੋਲ ਤਰਾਜੂ, ਆਪੇ ਤੋਲਣ ਵਾਲਾ। ਹਾਂ, ਤੇ ਇਹ ਜਿਹੜਾ ਨਾ ਇਹ ਜਿਹੜੀ ਸਾਰਾ ਕਨਸੈਪਟ ਹੈ। ਅੱਛਾ, ਮੇਰਾ ਖਿਆਲ ਇਹ ਹੈ ਕਿ ਸਾਨੂੰ ਨਾ ਕੋਈ ਥੋੜਾ ਜਿਹਾ ਇੱਕ ਜਿਹੜਾ ਥਿੰਕਿੰਗ ਦਾ ਸੈਸ਼ਨ ਇਹ ਲੈਣਾ ਚਾਹੀਦਾ ਕਿ ਅੱਛਾ ਫਰਜ਼ ਕਰੋ ਕਿਹੜਾ ਜਿਹੜਾ ਅਮਲ ਹੈ ਜਾਂ ਫੈਕਟਰ ਹੈ ਜਿਹੜਾ ਇਹ ਤੇ ਇਫੈਕਟ ਕਰ ਸਕਦਾ। ਇੱਕ ਉਹ ਜਿਹੜਾ ਮੁੰਡਾ ਕਹਿ ਰਿਹਾ ਹੈ ਉਸ ਹਿਸਾਬ ਨਾਲ ਅਸੀਂ ਵੀ ਇੱਕ ਕੋਈ ਐਕਸਪੈਰੀਮੈਂਟ ਕਰਕੇ ਦੇਖ, ਐਕਸਪੈਰੀਮੈਂਟ ਮੀਨਸ ਕਿ ਥਿਓਰੈਟੀਕਲੀ ਉਹ ਥਿਊਰੀ ਕਰਕੇ ਦੇਖੀਏ ਕਿ ਯਾਰ ਇਹ ਫੈਕਟਰ ਨਾਲ ਵੀ ਇਹਨੂੰ ਦੇਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਸਰ ਜਦੋਂ ਆਪਾਂ ਕਹਿੰਦੇ ਆ ਵੀ ਚੇਂਜ ਹੈ ਨਾ, ਚੇਂਜ ਹੋ ਰਹੀ ਹੈ, ਤੇ ਇਹਦਾ ਮਤਲਬ ਕਾਂਸਟੈਂਟ ਕੁਝ ਵੀ ਨਹੀਂ, ਫਿਰ ਉਹਦਾ ਇੱਕ ਐਕਸਪ੍ਰੈਸ਼ਨ ਇਹ ਵੀ ਹੈ ਵੀ ਚੇਂਜ ਕਾਂਸਟੈਂਟ ਹੈ, ਠੀਕ ਹੈ ਨਾ, ਮਤਲਬ ਚੇਂਜ ਜਿਹੜਾ ਹੋਣਾ ਇਹ ਕਾਂਸਟੈਂਟ ਹੈ। ਨਹੀਂ ਠੀਕ ਹੈ, ਲੇਕਿਨ ਇਹ ਹੋ ਰਹੀ ਹੈ ਨਾ ਕਿ ਚੇਂਜ ਨੂੰ ਹੈਪਨ ਕੌਣ ਕਰ ਰਿਹਾ? ਇਹ ਸਰ ਨਹੀਂ ਜਿਹੜੀ ਚੇਂਜ ਜਿਹੜਾ ਪਰਮਾਨੈਂਟ ਹੈ, ਇਹ ਲਫ਼ਜ਼ ਪਰਮਾਨੈਂਟ ਦਾ ਮਿਸਯੂਜ਼ ਹੈਗਾ। ਮਤਲਬ ਇਹ ਹੈ ਕਿ ਚੇਂਜ ਦਾ ਮਤਲਬ ਚੇਂਜ ਹੈ, ਉਹ ਹਰ ਵੇਲੇ ਬਦਲ ਰਹੀ ਹੈ, ਉਹ ਪਰਮਾਨੈਂਟ ਨਹੀਂ ਹੈ। ਇਹ ਮਤਲਬ ਇੱਕ ਕਾਂਸਟੈਂਟ ਪ੍ਰੋਸੈਸ ਹੈ। ਕਿਉਂਕਿ ਜਦੋਂ ਆਪਾਂ ਕਲੀਸ਼ੇ ਵਰਤਣ ਲੱਗ ਪੈਂਦੇ ਆ ਨਾ, ਤਾਂ ਜਿਹੜੀ ਕਨਸੈਪਸ਼ਨ ਦੀ ਜਿਹੜੀ ਉਹ ਹੁੰਦੀ ਆ ਡੂੰਘਾਈ, ਉਹ ਮੁੱਕ ਜਾਂਦੀ। ਹਾਂ, ਬਿਲਕੁਲ ਬਿਲਕੁਲ। ਬਾਹਰ ਮੇਰਾ ਖਿਆਲ ਹੈ ਕਿ ਮੈਂ ਬੜੀ ਕੋਸ਼ਿਸ਼ ਕਰਨਾ ਹੈ ਕਿ ਮੈਂ ਮੁਖਤਲਿਫ ਨੈਚੁਰਲ ਸਾਇੰਸਿਸ ਔਰ ਸੋਸ਼ਲ ਸਾਇੰਸਿਸ ਦੇ ਵਿੱਚ ਜਿਹੜੀਆਂ ਨਵੀਆਂ ਕਾਢਾਂ ਆਈਆਂ ਨੇ ਉਹਨਾਂ ਨੂੰ ਸਮਝਾਂ ਤੇ ਉਹਦੇ ਨਤੀਜੇ ਦੇ ਤੌਰ ਤੇ ਕੋਈ ਹੱਲ ਲੱਭਾਂ। ਮੈਂ ਤੇ ਇਹ ਕੋਸ਼ਿਸ਼ ਕਰ ਰਿਹਾ ਹਾਂ। ਮੈਂ ਇਸ ਗੱਲ ਲਈ ਤਿਆਰ ਹੈ। ਮੇਰੇ ਲਈ ਕੋਈ ਮਜ਼ਹਬ ਦੀ ਗੱਲ ਨਹੀਂ ਹੈਗੀ, ਧਰਮ ਦੀ ਗੱਲ ਨਹੀਂ ਹੈਗੀ ਕਿ ਇੱਕ ਜਿਹੜੀ ਅਸੀਂ ਢੰਗ ਲੱਭਿਆ ਮੂਵਮੈਂਟ ਦੇ ਐਕਸਪਲੇਨੇਸ਼ਨ ਦਾ, ਕੰਟਰਾਡਿਕਸ਼ਨ ਦਾ, ਉਹ ਕਿਆ ਉਂਝੀ ਹੈ ਜਿਵੇਂ ਨੇਚਰ ਵਿੱਚ ਹੈ, ਜਾਂ ਸਾਇੰਸਾਂ ਨੇ ਇਹ ਸਾਬਤ ਕਰਤਾ ਕਿ ਉਂਝ ਨਹੀਂ ਹੈਗਾ ਉਹ। ਮਤਲਬ ਜਿਵੇਂ ਜਿਹੜੀ ਇੱਕ ਟਰਮ ਬਣਾਈ ਨਾ ਨੈਗੇਟਿਵ ਤੇ ਇੱਕ ਪੋਜ਼ਿਟਿਵ, ਤੇ ਅਸੀਂ ਕਹਿੰਦੇ ਹਾਂ ਜੀ ਨੈਗੇਟਿਵ ਪੋਜ਼ਿਟਿਵ ਵਿੱਚ ਕਿਸੇ ਵੇਲੇ ਵੀ ਤਬਦੀਲ ਹੋ ਸਕਦਾ ਹੈ, ਠੀਕ ਹੈ। ਇਹ ਹੁਣ ਜਿਹੜੀਆਂ ਟਰਮਾਂ ਅਸੀਂ ਬਣਾਈਆਂ ਨੈਗੇਟਿਵ ਤੇ ਪੋਜ਼ਿਟਿਵ ਦੀਆਂ, ਕਿਆ ਇਹ ਜਸਟੀਫਾਈਡ ਨੇ ਜਾਂ ਇਹ ਕੋਈ ਇਹਨੂੰ ਦੱਸਣ ਲਈ ਕੋਈ ਹੋਰ ਤਰ੍ਹਾਂ ਦੀ ਲੈਂਗੁਏਜ ਜਾਂ ਹੋਰ ਤਰ੍ਹਾਂ ਦੀ ਕਨਸੈਪਸ਼ਨ ਚਾਹੀਦੀ ਹੈ? ਇਹ ਗੱਲ ਮੈਂ ਕਰ ਰਿਹਾ। ਡਾਕਟਰ ਸਾਹਿਬ ਮੈਨੂੰ ਜਾਣਾ ਪੈਣਾ ਹੁਣ। ਨਹੀਂ ਬਹੁਤ ਵਧੀਆ ਰਹੀ। ਨਹੀਂ ਅਸੀਂ ਮੇਰਾ ਖਿਆਲ ਹੈ ਕਿ ਹੁਣ ਤਕਰੀਬਨ ਕਰ ਹੀ ਲਈ ਹੈ ਗੱਲ। ਹੁਣ ਐਵੇਂ ਰਿੜਕਣ ਵਾਲੀ ਗੱਲ ਹੋਏਗੀ ਤੇ ਮੇਰਾ ਖਿਆਲ ਹੈ ਕਿ ਹੁਣ ਇੰਨੇ ਸਵਾਲ ਉਠਾ ਦਿੰਦੇ, ਸਾਡੇ ਦਿਮਾਗ ਵੀ ਰਿੜਕਣ ਵਾਲੇ ਹੋ ਜਾਂਦੇ ਨੇ। ਤੁਸੀਂ ਤੇ ਸੋਚਦੇ ਰਹਿੰਦੇ, ਅਸੀਂ ਵੀ 2 ਘੰਟੇ ਬਾਅਦ ਵੀ ਸੋਚਦੇ ਰਹਿਣਾ ਕੀ ਕਿਹਾ। ਨਹੀਂ ਤੁਸੀਂ ਮੈਂ ਵੀ ਸੋਚਦੇ ਹੀ ਰਹਿਣਾ, ਮੈਂ ਕਿਹੜਾ ਉੱਥੇ। ਤੇ ਚਲੋ ਫਿਰ ਅਗਲੀ ਵਾਰੀ ਸਹੀ। ਓਕੇ, ਬਾਏ। ਹਾਂਜੀ, ਓਕੇ।